पूरा प्रभ आराध्या। पूरा जाका नाओ नानक पूरा पाया। पूरे के गुण गाओ जब लो नहीं भाग लिलार उदय। तब लो भ्रमते फिरते बहुतायो। कल घोर समुद्र में बूढ़त थे। कबहू मिट है नहीं रे पछतायो। तत विचार यह मथुरा। जग तारन कौ अवतार बनायो। जपियो जिन अर्जन देव गुरु। फिर संकट जो न गर्भ न आयो। जपियो जिन अर्जन देव गुरु। फिर संकट जो न गर्भ न आयो। सतनाम श्री वाहिगुरु साहिब जी। तिलंग महला पंजवा। घर पहला। एक ओंकार सतगुर प्रसाद। खाक नूर करदं आलम दुनियाए। असमान जिमें दरख्त आब। पैदाइश खुदाए। बंदे चश्म दीदं फनाए। दुनिया मुरदार खुरदनी। गाफिल हवाए रहाओ। गैबान हैवान हराम कुस्तनी। मुरदार बखोराए। दिल कब्ज कब्जा कादरो। दोजक सजाए। वली नियामत बिरादरा। दरबार मिल्क खानाए। जब अजराइल बस्तनी। तब चेकारे बिदाए। हवाल मालूम करदं पाक अल्लाह। बुगो नानक अरदास। पेस दरवेश बंदाह। खाक नूर करदं आलम दुनियाए। वाहिगुरु जी का खालसा वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज। कलयुग के तारनहारे शब्द गुरु। दसां ही पातशाहियों के आत्मिक स्वरूप सतगुरु। जुगो जुग अटल सतगुरु। तखत छतर चवर दे मालिक सतगुरु। शब्दा अवतार सतगुरु। धन धन श्री गुरु ग्रंथ साहिब महाराज सच्चे पातशाह जी दे पावन पवित्र हजूरी अंदर जुड़ बैठे गुरु खालसा साध संगत जीओ। सतगुरु जी की महान बख्शिश का सदका अमृत वेले तो महाराज सिंह जी की पावन हजूरी अंदर दीवान सजे सन। सजे हो दीवाना अंदर अमृतमय पावन गुरबाणी दे जाप। आसा की वार गुरबाणी का रस पिन्ना कीर्तन होया है।
ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਫਾਰਸੀ ਭਾਸ਼ਾ ਵਿੱਚ ਸਤ ਸੰਗਤ ਜੀ ਪਾਵਨ ਸ਼ਬਦ ਹੈ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਤਿਗੁਰੂ ਜੀ ਨੂੰ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋਈ ਹੈ, ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਂਦੀਆਂ ਨੇ। ਜਦੋਂ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਗੁਰਤਾ ਗੱਦੀ ਦੀ ਦਾਤ ਬਖਸ਼ੀ, ਜਿਵੇਂ ਪਹਿਲਾਂ ਵੱਡੇ ਸਤਿਗੁਰਾਂ ਦੇ ਸਮੇਂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਸਿੱਖ ਸੰਗਤਾਂ ਆਉਂਦੀਆਂ, ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ ਸੰਗਤ ਆ ਰਹੀਆਂ ਨੇ। ਦੂਰੋਂ ਦੂਰੋਂ ਕਾਬਲ ਕੰਧਾਰ ਤੋਂ ਪੱਛਮੀ ਇਲਾਕੇ ਤੋਂ ਸੰਗਤਾਂ ਆਉਂਦੀਆਂ ਨੇ। ਇੱਕ ਵਾਰ ਸਰ ਸੰਗਤ ਜੀ ਪੱਛਮੀ ਇਲਾਕੇ ਵੱਲੋਂ ਸੰਗਤ ਆ ਰਹੀ ਤੇ ਰਸਤੇ ਵਿੱਚ ਅਟਕ ਦਰਿਆ ਤੇ ਜਿਹੜੇ ਮਲਾਹ ਰਹਿੰਦੇ ਸਨ, ਉਹਨਾਂ ਦਾ ਕੰਮ ਇਹ ਸੀਗਾ, ਜਿਨ੍ਹਾਂ ਦੇ ਵਿੱਚੋਂ ਸਾਬਨਾ ਦਾ ਮੁਖੀ ਜਿਹੜਾ ਮਲਾਹ ਸੀ ਉਹਦਾ ਨਾਮ ਸੀ ਆਲਮ। ਜੋ ਵੀ ਕੋਈ ਸੰਗਤ ਦਰਸ਼ਨਾਂ ਵਾਸਤੇ ਆਉਂਦੀ ਜਾਂ ਕੋਈ ਵੀ ਰਾਹੀਗਰ ਹੁੰਦਾ ਉਹਨੂੰ ਲੁੱਟ ਲੈਂਦੇ ਸਨ। ਉਹ ਪਹਿਲਾਂ ਹੀ ਉਹਨਾਂ ਨੇ ਇਹ ਮਤਾ ਪਕਾਇਆ ਹੁੰਦਾ, ਸਲਾਹ ਮਸ਼ਵਰਾ ਕੀਤਾ ਹੁੰਦਾ ਸੀ ਕਿ ਕਿਹੜੇ ਢੰਗ ਦੇ ਨਾਲ ਇਹ ਰਸਤੇ ਵਿੱਚ ਜਾਣ ਵਾਲੇ ਜਿਨ੍ਹਾਂ ਨੂੰ ਦਰਿਆ ਪਾਰ ਕਰਾਉਣਾ, ਉਹਨਾਂ ਤੋਂ ਧਨ ਪਦਾਰਥ ਖੋਹਣਾ ਹੈ, ਲੁੱਟਣਾ ਹੈ, ਉਹ ਪਹਿਲਾਂ ਹੀ ਉਹਨਾਂ ਨੇ ਸਰ ਸੰਗਤ ਜੀ ਸਲਾਹ ਕੀਤੀ ਹੁੰਦੀ ਸੀ। ਤੇ ਜਦੋਂ ਇਹ ਪੱਛਮੀ ਇਲਾਕੇ ਦੀ ਸੰਗਤ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆ ਰਹੇ ਸੀ, ਉਸ ਸਮੇਂ ਆਲਮ ਦੇ ਨਾਲ ਹੋਰ ਜਿਤਨੇ ਵੀ ਕੋਈ ਉਹਦੇ ਨਾਲ ਮਲਾਹ ਸਨ, ਸਭ ਨੇ ਮਿਲ ਕਰਕੇ ਲੁੱਟਣਾ ਚਾਹਿਆ। ਜਦੋਂ ਨੇੜੇ ਆਏ ਤੇ ਸਾਧ ਸੰਗਤ ਜੀ ਅੱਖਾਂ ਤੋਂ ਅੰਨੇ ਹੋ ਗਏ, ਉਹਨਾਂ ਨੂੰ ਦਿਸਣੋਂ ਹਟ ਗਿਆ ਸੀਗਾ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤੀ, ਕਿਉਂਕਿ ਉਹ ਸੰਗਤ ਬੜੇ ਪਿਆਰ ਦੇ ਨਾਲ ਗੁਰੂ ਕੀ ਬਾਣੀ ਦੇ ਸ਼ਬਦ ਪੜ੍ਹਦੇ ਹੋਏ ਮਹਾਰਾਜ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਆ ਰਹੇ ਸਨ। ਜਿਵੇਂ ਸਤਿਗੁਰੂ ਜੀ ਦਾ ਬਚਨ ਆਉਂਦਾ ਨਾ ਗੁਰਬਾਣੀ ਵਿੱਚ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚਉ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਪਾਹੀ। ਸਤਿਗੁਰੂ ਜੀ ਤਤੀ ਵਾਰ ਨਹੀਂ ਆਪਣੇ ਸਿੱਖਾਂ ਨੂੰ ਲੱਗਣ ਦਿੰਦੇ ਜਿਹੜੇ ਸਤਿਗੁਰੂ ਜੀ ਨੂੰ ਯਾਦ ਕਰਦੇ ਆ। ਉਹ ਸੰਗਤਾਂ ਬੜੇ ਪਿਆਰ ਦੇ ਨਾਲ ਸ਼ਬਦ ਪੜ੍ਹਦੇ ਹੋਏ ਮਹਾਰਾਜ ਜੀ ਨੂੰ ਯਾਦ ਕਰਦੇ ਹੋਏ ਆ ਰਹੇ ਸਨ। ਇਸ ਕਰਕੇ ਜਿਹੜਾ ਆਲਮ ਮਲਾਹ ਤੇ ਉਹਦੇ ਨਾਲ ਦੇ ਜਿਤਨੇ ਵੀ ਮਲਾਹ ਸਨ, ਸਾਰੇ ਦੇ ਸਾਰੇ ਅੰਨੇ ਹੋ ਗਏ। ਫਿਰ ਉਹਨਾਂ ਨੇ ਆਪਣੀ ਭੁੱਲ ਬਖਸ਼ਾਈ, ਸੰਗਤ ਦੇ ਚਰਨਾਂ ਵਿੱਚ ਅਰਦਾਸ ਕੀਤੀ, ਕਹਿਣ ਲੱਗੇ ਕਿ ਸਾਨੂੰ ਦਿਸਣੋਂ ਹਟ ਗਿਆ, ਸਾਡੇ ਤੋਂ ਅਵੱਗਿਆ ਹੋ ਗਈ ਹੈ, ਸਾਡੇ ਤੋਂ ਭੁੱਲ ਹੋ ਗਈ, ਕਿਰਪਾ ਕਰਕੇ ਸਾਨੂੰ ਬਖਸ਼ ਲਓ। ਤੇ ਅੱਗੋਂ ਮੁਖੀ ਸਿੱਖਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਅਸੀਂ ਕੌਣ ਹੁੰਦੇ ਬਖਸ਼ਣ ਵਾਲੇ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰ। ਸਤਿਗੁਰੂ ਜੀ ਬਖਸ਼ਣ ਵਾਲੇ, ਭੁੱਲਿਆ ਹੋਇਆ ਨੂੰ ਵੀ ਇਹ ਪ੍ਰਣ ਕਰਕੇ ਆਉਣ ਵਾਲੇ ਸਮੇਂ ਵਿੱਚ ਭੁੱਲ ਕੇ ਵੀ ਕਦੇ ਕਿਸੇ ਨੂੰ ਠੱਗੇਗਾ ਨਹੀਂ, ਕਿਸੇ ਦੇ ਧਨ ਪਦਾਰਥ ਲੁੱਟੇਗਾ ਨਹੀਂ, ਜ਼ਬਰਨ ਕਿਸੇ ਤੋਂ ਖੋਏਗਾ ਨਹੀਂ, ਔਰ ਸਿੱਖੀ ਨੂੰ ਧਾਰਨ ਕਰੇਗਾ। ਕਹਿੰਦਾ ਜੀ ਮੈਂ ਮੰਨਦਾ ਹਾਂ, ਮੈਂ ਪ੍ਰਣ ਕਰਦਾ। ਤੇ ਸੰਗਤ ਜੀ ਜਿਹੜਾ ਆਲਮ ਮਲਾਹ ਸੀ, ਉਹਦੇ ਨਾਲ ਜਿਤਨੇ ਵੀ ਮਲਾਹ ਸਨ, ਸਭ ਨੇ ਆਪਣੀ ਭੁੱਲ ਬਖਸ਼ਾਈ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ, ਮਹਾਰਾਜ ਮੈਂ ਸਿੱਖੀ ਧਾਰਨ ਕਰਾਂਗਾ, ਕਦੇ ਵੀ ਜ਼ਿੰਦਗੀ ਵਿੱਚ ਪਾਪ ਕਰਮ ਨਹੀਂ ਕਰਾਂਗਾ, ਕਿਰਪਾ ਕਰੋ ਮਹਾਰਾਜ ਮੈਨੂੰ ਬਖਸ਼ ਲਓ। ਜਦੋਂ ਅਰਦਾਸ ਕੀਤੀ ਤੇ ਉਸੇ ਸਮੇਂ ਉਹਦੀ ਨਿਗਾਹ ਵਾਪਸ ਆ ਗਈ, ਦਿਸਣ ਲੱਗ ਪਿਆ ਸੀਗਾ।
ਫਿਰ ਉਹ ਆਲਮਨਾਮੇ ਜਿਹੜਾ ਮਲਾਹ ਸੀ ਨਾ, ਉਹ ਸੰਗਤ ਦੇ ਨਾਲ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਿਆ। ਮੰਜੀ ਸਾਹਿਬ ਵਾਲੇ ਪਾਵਨ ਅਸਥਾਨ ਤੇ ਸਤਿਗੁਰੂ ਜੀ ਦਾ ਦੀਵਾਨ ਸਜਿਆ ਹੋਇਆ। ਬਹੁ ਗਿਣਤੀ ਵਿੱਚ ਸਿੱਖ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਪਰਸ ਰਹੀਆਂ ਨੇ। ਜਿਵੇਂ ਚੰਦਰਮਾ ਦੇ ਵੱਲ ਚਕੋਰ ਇੱਕ ਟਕ ਨਿਗਾਹ ਲਾ ਕਰਕੇ ਤੱਕਦੀ ਹੈ, ਇਹਦਾ ਮਹਾਰਾਜ ਸੱਚੇ ਪਾਤਸ਼ਾਹੀ ਦਾ ਸਰੂਪ ਸਿੱਖ ਸੰਗਤਾਂ ਚਕੋਰਾਂ ਦੀ ਤਰ੍ਹਾਂ ਗਰੀਬ ਨਵਾਜ਼ ਸਤਿਗੁਰਾਂ ਦੇ ਇੱਕ ਟਕ ਨਿਗਾਹ ਲਾ ਕਰਕੇ ਦਰਸ਼ਨ ਪਰਸ ਰਹੀਆਂ ਨੇ। ਜਦੋਂ ਇਹ ਪੱਛਮੀ ਇਲਾਕੇ ਦੀ ਸੰਗਤ ਆਈ ਹੈ, ਨਾਲ ਉਹ ਮਲਾਹ ਆ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ। ਫਿਰ ਭਰੀ ਸੰਗਤ ਦੇ ਵਿੱਚ ਅਰਦਾਸ ਕੀਤੀ, ਆਪਣੀ ਭੁੱਲ ਬਖਸ਼ਾਈ ਹੈ। ਮਹਾਰਾਜ, ਮੇਰੇ ਤੋਂ ਅਵਗਿਆ ਹੋ ਗਈ ਸੀ। ਹੇ ਗਰੀਬ ਨਵਾਜ਼, ਮੈਂ ਅਗਿਆਤ ਸਾਂ। ਜੋ ਵੀ ਕੋਈ ਰਾਹਗਾਰ ਲੰਘਦਾ ਸੀ ਮਹਾਰਾਜ, ਉਹਨਾਂ ਤੋਂ ਸਾਜੋ ਸਮਾਨ ਧਨ ਪਦਾਰਥ ਅਸੀਂ ਲੁੱਟ ਲੈਂਦੇ ਸਾਂ। ਕਿਰਪਾ ਕਰੋ ਮਹਾਰਾਜ, ਮੈਨੂੰ ਬਖਸ਼ ਲਓ। ਐਸਾ ਉਪਦੇਸ਼ ਬਖਸ਼ਿਸ਼ ਕਰੋ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਮੇਰਾ ਜੀਵਨ ਸਫਲਾ ਹੋ ਜਾਵੇ। ਮੈਨੂੰ ਸਿੱਖੀ ਦੀ ਦਾਤ ਬਖਸ਼ੋ ਸੱਚੇ ਪਾਤਸ਼ਾਹ। ਮਹਾਰਾਜ ਸਾਹਿਬ ਜੀ ਨੇ ਇਹ ਫਾਰਸੀ ਭਾਸ਼ਾ ਵਿੱਚ ਉਸ ਸਮੇਂ ਸ਼ਬਦ ਉਚਾਰਨ ਕੀਤਾ ਹੈ। ਆਲਮ ਕੁੱਲ ਦੁਨੀਆ ਦਾ ਨਾਮ ਵੀ ਹੈ। ਸਾਧ ਸੰਗਤ ਜੀ, ਆਲਮ ਨਾਮ ਮਾਲਕ ਦਾ ਵੀ ਹੈ, ਔਰ ਆਲਮ ਨਾਮ ਬਾਅਦ ਜੀ ਭਾਵ ਅਰਥਾਂ ਦੇ ਵਿੱਚ ਉਹ ਜਿਹੜਾ ਸਾਧ ਸੰਗਤ ਜੀ ਸੰਗਤ ਦੇ ਨਾਲ ਚੱਲ ਕਰਕੇ ਆਏ ਆਪਣੀ ਭੁੱਲ ਬਖਸ਼ਾਉਣ ਦੇ ਵਾਸਤੇ, ਉਸ ਮਲਾਹ ਦਾ ਨਾਮ ਵੀ ਆਲਮ ਹੈ। ਜਿਵੇਂ ਗਰੀਬ ਨਵਾਜ਼ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਦੇ ਰਹੇ ਹਨ। ਪਿਆਰ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਚਿੱਤ ਨੂੰ ਇਕਾਗਰ ਕਰਨ ਲਈ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੰਗ ਮਹੱਲਾ ਪੰਜਵਾ। ਘਰ ਪਹਿਲਾ। ਤਿਲੰਗ ਰਾਗ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਘਰ ਸੁਰ ਤਾਲ ਦੇ ਅੰਦਰ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓੰਕਾਰ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਇੱਕ ਅਦੁੱਤੀ ਪ੍ਰਕਾਸ਼ਮਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਦੇਸ਼ ਕਾਲ ਵਸਤੂ ਤੋਂ ਰਹਿਤ ਪ੍ਰਮਾਤਮਾ ਹੈ, ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਪ੍ਰਮਾਤਮਾ ਦਾ ਸਰੂਪ ਹੈ, ਫਿਰ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ਣ ਵਾਲਾ ਹੈ। ਸਤਿਗੁਰ ਪ੍ਰਸਾਦ। ਸਤ ਸਦੀਵੀ ਕਾਲ ਸੱਚਾ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਔਰ ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਹ ਪ੍ਰਮਾਤਮਾ ਮਿਲਦਾ ਹੈ। ਖਾਕ ਨੂਰ ਕਰਦੰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਅਕਾਲ ਪੁਰਖ ਪਰਮਾਤਮਾ ਦੀ ਬਣਾਈ ਹੋਈ ਜੋ ਸ੍ਰਿਸ਼ਟੀ ਹੈ ਨਾ, ਖਾਕ ਜਿਸ ਮਿੱਟੀ ਤੋਂ ਬਣੀ ਹੋਈ ਉਸ ਮਿੱਟੀ ਵਿੱਚ ਮਿਲ ਜਾਣ ਵਾਲੀ ਹੈ। ਖਾਕ ਨੂਰ ਕਰਦੰ। ਨੂਰ ਨਾਮ ਸ਼ਕਤੀ ਦਾ ਹੈ, ਜਲਵੇ ਦਾ ਹੈ। ਪਰਮਾਤਮਾ ਦੇ ਜਲਵੇ ਕਰਕੇ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਕਰਕੇ ਹੀ ਸਾਰੇ ਸੰਸਾਰ ਨੇ ਬਣਨਾ ਕੀਤਾ। ਜਿਤਨੇ ਵੀ ਸੰਸਾਰ ਦੀ ਪੈਦਾਇਸ਼ ਹੋਈ ਹੈ, ਜਿਤਨੇ ਵੀ ਸੰਸਾਰ ਦੀ ਜੀਵਾਂ ਦੀ ਉਤਪਤੀ ਹੋਈ ਸੀ, ਹੋ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਉਹ ਪਰਮਾਤਮਾ ਦੀ ਸ਼ਕਤੀ ਕਰਕੇ ਹੈ। ਤੋ ਹਜੂਰ ਕਹਿੰਦੇ ਹਨ, ਖਾਕ ਨੂਰ ਕਰਦੰ। ਖਾਕ ਮਿੱਟੀ ਤੋਂ ਬਣੇ ਹੋਏ ਜਿਹੜੇ ਮਾਤ ਲੋਕ ਦੇ ਸੰਸਾਰ ਦੇ ਜੀਵ ਹਨ, ਔਰ ਨੂਰ ਨਾਮ ਸਤ ਸੰਗਤ ਜੀ ਚਮਕਦੀ ਹੋਈ ਪ੍ਰਕਾਸ਼ ਵਾਲੀ ਸ਼ਕਤੀ ਦਾ ਹੈ। ਇਹਦੇ ਤੋਂ ਭਾਵ ਜਿਹੜੀ ਦੇਵੀ ਦੇਵਤੇ ਹਨ, ਮਹਾਰਾਜ ਕਹਿੰਦੇ ਉਹ ਵੀ ਪਰਮੇਸ਼ਰ ਦੇ ਹੀ ਬਣਾਏ ਹਨ। ਆਲਮ ਦੁਨੀਆਏ। ਆਲਮ ਕੁੱਲ ਦੁਨੀਆ ਦਾ ਜੋ ਮਾਲਕ ਪਰਮਾਤਮਾ ਹੈ। ਦੁਨੀਆਏ ਸਾਰੀ ਦੁਨੀਆ ਨੂੰ ਬਣਾਉਣ ਵਾਲਾ,
ਭਾਵੇਂ ਮਾਤ ਲੋਕ ਤੇ ਰਹਿਣ ਵਾਲੇ 84 ਲੱਖ ਜੂਨਾਂ ਹਨ, ਮਹਾਰਾਜ ਕਹਿੰਦੇ ਸਭ ਨੂੰ ਇੱਕ ਮਿੱਟੀ ਤੋਂ ਪ੍ਰਮਾਤਮਾ ਨੇ ਬਣਾਇਆ ਹੈ। ਸੰਗਤ ਜੀ, ਜਿਵੇਂ ਘੁਮਿਆਰ ਇੱਕੋ ਹੀ ਹੁੰਦਾ, ਮਿੱਟੀ ਵੀ ਇੱਕ ਲੈਂਦਾ, ਫਿਰ ਉਹਦੇ ਭਾਂਡੇ ਤਰ੍ਹਾਂ ਤਰ੍ਹਾਂ ਦੇ ਬਣਾ ਦਿੰਦਾ ਹੈ। ਸ਼ੱਕ ਦੇ ਉੱਪਰ ਚਾੜ ਕਰਕੇ ਕੋਈ ਛੋਟੇ ਆਕਾਰ ਦਾ ਭਾਂਡਾ ਬਣਾ ਦਿੰਦਾ, ਕੋਈ ਵੱਡੇ ਆਕਾਰ ਦਾ। ਇੱਕ ਮਿੱਟੀ ਤੋਂ ਕਿੰਨੇ ਕਿੰਨੇ ਪ੍ਰਕਾਰ ਦੇ ਭਾਂਡੇ ਬਣਾ ਦਿੰਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ, ਅਸਾਵਰ ਜੰਗਮ ਕੀਟ ਪਤੰਗਮ ਘਾਟ ਘਾਟ ਰਾਮ ਸਮਾਨਾ ਰੇ। ਹੈ ਇੱਕੋ ਹੀ ਪ੍ਰਮਾਤਮਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਮਿੱਟੀ ਤੋਂ ਸੰਸਾਰ ਦੇ ਜੀਵਾਂ ਨੂੰ ਬਣਾਵਣਾ ਕੀਤਾ। ਭਾਵੇਂ ਮਾਤ ਲੋਕ ਤੇ ਰਹਿਣ ਵਾਲੇ 84 ਲੱਖ ਜੂਨਾਂ ਮਾਨਸ ਜੀਵਨ ਹੈ, ਚਾਹੇ ਨੂਰ ਜਿਹੜੀਆਂ ਚਮਕਦੇ ਹੋਏ ਮਹਾਰਾਜ ਕਹਿੰਦੇ ਪ੍ਰਕਾਸ਼ ਵਾਲੇ ਦਿਵ ਦੇਹੀਆਂ ਭਾਵ ਦੇਵੀ ਸ਼ਕਤੀਆਂ ਹਨ, ਚਾਹੇ ਸਾਧ ਸੰਗਤ ਜੀ 9 ਕਰੋੜ ਦੇਵੀਆਂ ਹਨ, ਚਾਹੇ 33 ਕਰੋੜ ਦੇਵਤੇ ਹਨ। ਇਹਨਾਂ ਦੇਵੀ ਦੇਵਤਿਆਂ ਦੇਵੀ ਸ਼ਕਤੀਆਂ ਨੂੰ ਬਣਾਉਣ ਵਾਲਾ ਵੀ ਅਕਾਲ ਪੁਰਖ ਪਰਮਾਤਮਾ ਆਪ ਹੈ। ਸੱਚੇ ਪਾਤਸ਼ਾਹ ਹਜੂਰ ਕਹਿੰਦੇ ਖਾਕ ਨੂਰ ਕਰਦੰ ਆਲਮ ਦੁਨੀਆਏ, ਆਲਮ ਕੁੱਲ ਦੁਨੀਆ ਨੂੰ ਬਣਾਇਆ ਅਕਾਲ ਪੁਰਖ ਪਰਮਾਤਮਾ ਨੇ। ਪਰ ਜਿਸ ਖਾਕ ਤੋਂ ਬਣਾਇਆ ਉਸੇ ਖਾਕ ਵਿੱਚ ਮਿਲ ਜਾਣ ਵਾਲੇ ਹਨ। ਜਿਸ ਮਿੱਟੀ ਤੋਂ ਪਰਮਾਤਮਾ ਨੇ ਬਣਾਇਆ ਉਸੇ ਮਿੱਟੀ ਵਿੱਚ ਮਿਲ ਜਾਣ ਵਾਲੇ ਹੈ। ਸਰੀਰ ਸਦਾ ਨਹੀਂ ਕਾਇਮ ਰਹਿਣ ਵਾਲੇ, ਸਦਾ ਰਹਿਣ ਵਾਲਾ ਕੁਝ ਵੀ ਸੰਸਾਰ ਵਿੱਚ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਚਨ ਕਰਦੇ ਨੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। हे ਜੀਵ, ਜੋ ਕੁਝ ਵੀ ਪੈਦਾ ਹੋਇਆ ਸਭ ਕੁਝ ਬਿਨਸਨਹਾਰਾ ਹੈ, ਸਭ ਕੁਝ ਨਾਸ਼ਵਾਨ ਹੈ, ਕੁਝ ਵੀ ਸਥਿਰ ਰਹਿਣ ਵਾਲਾ ਨਹੀਂ ਹੈ। ਜੋ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਆਪਣੀ ਸ਼ਕਤੀ ਦੁਆਰਾ ਜੋ ਕੁਝ ਵੀ ਪੈਦਾ ਕੀਤਾ ਹੈ, ਉਹ ਸਭ ਕੁਝ ਖਾਕ ਮਿੱਟੀ ਰੂਪ ਹੀ ਹੋ ਜਾਣ ਵਾਲਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਜਲਵੇ ਕਰਕੇ ਹੈ, ਇਹ ਅਕਾਲ ਪੁਰਖ ਪ੍ਰਮਾਤਮਾ ਦੀ ਸ਼ਕਤੀ ਕਰਕੇ ਹੈ। ਕੁੱਲ ਦੁਨੀਆ ਨੂੰ ਬਣਾਉਣ ਵਾਲਾ, ਕੁੱਲ ਦੁਨੀਆ ਨੂੰ ਚਲਾਉਣ ਵਾਲਾ, ਸਭ ਦੀ ਪਰਵਰਿਸ਼ ਸਭ ਦੀ ਦੇਖ ਰੇਖ ਕਰਨ ਵਾਲਾ ਉਹ ਪ੍ਰਮਾਤਮਾ ਆਪ ਹੈ। ਅਸਮਾਨ ਜਿਮੀ ਦਰਖਤ ਆਬ, ਫਿਰ ਚਾਹੇ ਅਸਮਾਨ ਹੈ ਆਕਾਸ਼ ਹੈ, ਜਿਮੀ ਨਾਮ ਜ਼ਮੀਨ ਦਾ ਹੈ, ਧਰਤੀ ਦਾ ਹੈ, ਪ੍ਰਿਥਵੀ ਦਾ ਹੈ। ਮਹਾਰਾਜ ਕਹਿੰਦੇ ਹਨ ਚਾਹੇ ਦਰਖਤ ਹੈ, ਤਰ੍ਹਾਂ ਤਰ੍ਹਾਂ ਦੇ ਪ੍ਰਮਾਤਮਾ ਦੀ ਪੈਦਾ ਕੀਤੀ ਹੋਈ ਜੋ ਬਨਸਪਤ ਹੈ, 18 ਭਾਰ ਬਨਸਪਤ ਹੈ। ਸਾਧ ਸੰਗਤ ਜੀ ਇਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਪ੍ਰਕਾਰ ਦੇ ਰੁੱਖ ਹਨ। ਕੋਈ ਫਲਦਾਰ ਹਨ, ਕੋਈ ਫੁੱਲਦਾਰ, ਕੋਈ ਫੁੱਲਾਂ ਵਾਲੇ, ਕੋਈ ਫਲਾਂ ਵਾਲੇ। ਕੋਈ ਸਾਧ ਸੰਗਤ ਜੀ ਫਲਾਂ ਤੇ ਫੁੱਲਾਂ ਤੋਂ ਬਿਨਾਂ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਦਰਖਤ ਰੁੱਖ ਆਦਿਕ ਹਨ। ਤੇ ਆਪ ਕਹਿੰਦੇ ਪਾਣੀ ਨੂੰ, ਇਹ ਪਾਣੀ ਬਣਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਜਿਤਨਾ ਕੁਝ ਵੀ ਸੰਸਾਰ ਦੇ ਵਿੱਚ ਪੈਦਾ ਹੋਇਆ, ਮਹਾਰਾਜ ਕਹਿੰਦੇ ਅਸਮਾਨ ਹੈ, ਧਰਤੀ ਹੈ, ਪਾਣੀ ਹੈ, ਚਾਹੇ ਦਰਖਤ ਆਦਿਕ ਹਨ। ਪੈਦਾਇਸ਼ ਖੁਦਾਏ, ਇਹ ਸਾਰੀ ਖੁਦਾ ਦੀ ਪੈਦਾਇਸ਼ ਕੀਤੀ ਹੋਈ ਹੈ। ਇਹ ਸਾਰੇ ਦੇ ਸਾਰੇ ਖੁਦਾ ਦੀ ਪੈਦਾ ਕੀਤੇ ਹੋਏ ਨੇ। ਜਪਜੀ ਸਾਹਿਬ ਪਾਵਨ ਬਾਣੀ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਪਰਮਾਤਮਾ ਨੇ ਇੱਕ ਤੋਂ ਅਨੇਕਾਂ ਰੂਪ ਹੋਣ ਦੇ ਲਈ ਮਨ ਦੇ ਵਿੱਚ ਫੁਰਨਾ ਕੀਤਾ। ਇੱਕ ਫੁਰਨੇ ਦੇ ਨਾਲ ਹੀ ਸਾਰਾ ਕੁਝ ਸੰਸਾਰ ਦੇ ਅੰਦਰ ਪੈਦਾ ਕਰ ਦਿੱਤਾ ਹੈ। ਇੱਕ ਫੁਰਨੇ ਦੁਆਰਾ ਅੱਖ ਝਮਕਣ ਤੋਂ ਥੋੜੇ ਜਿੰਨੇ ਸਮੇਂ ਵਿੱਚ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਪੈਦਾ ਕਰ ਦਿੱਤਾ। ਰੰਗਾਂ ਰੰਗਾਂ ਦੇ ਤਮਾਮ ਪੈਦਾ ਕੀਤੇ ਹੋਏ ਜੀਵ ਜੰਤੂ। ਸਤਿਗੁਰੂ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਲੱਖਾਂ ਹੀ ਦਰਿਆ, ਕਿੰਨਾ ਕਿੰਨਾ ਉਹਨਾਂ ਵਿੱਚ ਪਾਣੀ ਹੈ। ਲੱਖਾਂ ਹੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਜੰਤੂ, ਲੱਖਾਂ ਹੀ ਜੂਨਾਂ। ਫਿਰ ਇੱਕ ਇੱਕ ਜੂਨ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਜਾਤਾਂ ਹਨ, ਕਿੰਨੀਆਂ ਕਿੰਨੀਆਂ ਪਾਤਾਂ, ਕਿਹੋ ਜਿਹੇ ਰੰਗ, ਕਿੰਨੇ ਕਿੰਨੇ ਨਾਮ। ਕੋਈ ਅੰਤ ਨਹੀਂ ਪਰਮਾਤਮਾ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਦਾ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ।
ਜਿਵੇਂ ਅਕਾਲ ਪੁਰਖ ਪ੍ਰਮਾਤਮਾ ਦੀ ਵਡਿਆਈ ਜਿਵੇਂ ਪਰਮੇਸ਼ਰ ਨੂੰ ਭਾਵਦੀ, ਉਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਤਰ੍ਹਾਂ ਤਰ੍ਹਾਂ ਦੇ ਭਾਂਤ ਤਰ੍ਹਾਂ ਦੀ ਪ੍ਰਮਾਤਮਾ ਨੇ ਮਾਇਆ ਵਿੱਚ ਸ਼ਕਤੀ ਨੂੰ ਸੰਸਾਰ ਦੇ ਵਿੱਚ ਪੈਦਾ ਕੀਤਾ ਹੈ। ਤੋ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਅਸਮਾਨ ਜਿਵੇਂ ਦਰਖਤ ਆਬ ਪੈਦਾਇਸ਼ ਖੁਦਾਏ। ਇਹ ਸਾਰੀ ਦੀ ਸਾਰੀ ਪੈਦਾਇਸ਼ ਖੁਦਾ ਦੀ ਹੈ। ਜੀਵ ਹੰਕਾਰ ਕਰਦਾ ਕਿ ਮੈਂ ਪੈਦਾ ਕੀਤਾ ਸੰਸਾਰ ਦੇ ਵਿੱਚ, ਪਰ ਸਾਧ ਸੰਗਤ ਜੀ ਜੋ ਕੁਝ ਵੀ ਸੰਸਾਰ ਦੇ ਵਿੱਚ ਬਣਾਉਣ ਵਾਲਾ ਹੈ, ਚਾਹੇ ਵਿਗਿਆਨੀ ਸਾਇੰਟਿਸਟ ਵੀ ਹਨ, ਜੇ ਉਹ ਵੀ ਕੋਈ ਨਾ ਕੋਈ ਨਵੀਂ ਖੋਜ ਕਰਦੇ, ਉਹ ਪ੍ਰਮਾਤਮਾ ਜੀ ਉਹਨਾਂ ਨੂੰ ਅਕਲ ਦਿੰਦਾ, ਮਤ ਦਿੰਦਾ, ਤਾਂ ਹੀ ਸਾਧ ਸੰਗਤ ਜੀ ਕੁਝ ਸੰਸਾਰ ਦੇ ਵਿੱਚ ਨਵਾਂ ਕੁਝ ਨਾ ਕੁਝ ਪ੍ਰਗਟ ਕਰਦੇ ਹੈ। ਨਵੀਂ ਕੋਈ ਨਾ ਕੋਈ ਬਣਤਰ ਬਣਾ ਕੇ ਸੰਸਾਰ ਦੇ ਅੰਦਰ ਪੇਸ਼ ਕਰਦੇ ਹਨ। ਜੇ ਪ੍ਰਮਾਤਮਾ ਉਹਨਾਂ ਨੂੰ ਮਤ ਦਿੰਦਾ ਹੈ। ਜੇ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਜਿੱਦਾਂ ਦੇ ਹਾਲਾਤ ਹਨ ਵਰਤਮਾਨ ਸਮੇਂ ਵਿੱਚ, ਕਿ ਜਿਹੜੇ ਸਾਧ ਸੰਗਤ ਜੀ ਡਾਕਟਰ ਲੋਕ ਹੈ, ਉਹਨਾਂ ਨੂੰ ਵੀ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਕਿ ਵੀ ਰੱਬ ਹਨ। ਮਰਦੇ ਹੋਏ ਬੰਦੇ ਨੂੰ ਵੀ ਬਚਾ ਲੈਂਦੇ ਆ, ਇਸ ਕਰਕੇ ਡਾਕਟਰਾਂ ਨੂੰ ਵੀ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਪਰ ਸਾਧ ਸੰਗਤ ਜੀ ਕਿੰਨੀਆਂ ਕਿੰਨੀਆਂ ਭਿਆਨਕ ਜੋ ਬਿਮਾਰੀਆਂ ਬਣ ਗਈਆਂ ਨੇ, ਪਤਾ ਹੀ ਨਹੀਂ ਚੱਲਦਾ ਉਹਨਾਂ ਦਾ ਤੋੜ ਡਾਕਟਰਾਂ ਨੂੰ ਵੀ ਕਈ ਵਾਰ ਲੱਭਦਾ ਹੀ ਨਹੀਂ ਹੈ। ਕਿੰਨਾ ਕਿੰਨਾ ਸਮਾਂ ਇਸੇ ਤਰ੍ਹਾਂ ਲੰਘ ਜਾਂਦਾ, ਕਿੰਨੀਆਂ ਮੌਤਾਂ ਹੋ ਜਾਂਦੀਆਂ, ਕਿੰਨਾ ਕਿੰਨਾ ਭਾਰੀ ਨੁਕਸਾਨ ਵੀ ਜੀਵਾਂ ਦਾ ਹੋ ਜਾਂਦਾ ਹੈ। ਤੇ ਜੇ ਪ੍ਰਮਾਤਮਾ ਚਾਹੇ ਤੇ ਡਾਕਟਰਾਂ ਨੂੰ ਫਿਰ ਛਿਨ ਮਾਤਰ ਸਮੇਂ ਵਿੱਚ ਹੀ ਮਤ ਦੇ ਦਿੰਦਾ, ਅਕਲ ਦੇ ਦਿੰਦਾ। ਤੇ ਜਿੰਨੀਆਂ ਭਿਆਨਕ ਬਿਮਾਰੀਆਂ ਹਨ ਉਹਨਾਂ ਦਾ ਕੋਈ ਨਾ ਕੋਈ ਤੋੜ ਫਿਰ ਉਹਨਾਂ ਨੂੰ ਲੱਭ ਜਾਂਦਾ ਹੈ, ਕਿਉਂਕਿ ਸਭ ਨੂੰ ਮਤ ਦੇਣ ਵਾਲਾ ਅਕਾਲ ਪੁਰਖ ਪਰਮਾਤਮਾ ਹੈ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਮੁਖਵਾਕ ਹੈ, ਮਹਾਰਾਜ ਕਹਿੰਦੇ ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਕਈ ਵਾਰ ਸਾਧ ਸੰਗਤ ਜੀ ਨਬਜਾਂ ਹੀ ਹੱਥਾਂ ਵਿੱਚ ਫੜੀਆਂ ਰਹਿ ਜਾਂਦੀਆਂ ਨੇ, ਡਾਕਟਰ ਵੀ ਸਿਰ ਫੇਰ ਦਿੰਦੇ ਕਿ ਸਾਡੇ ਵੱਸੋਂ ਬਾਹਰ ਹੈ, ਅਸੀਂ ਨਹੀਂ ਇਹਦਾ ਬਚਾਅ ਕਰ ਸਕਦੇ, ਅਸੀਂ ਇਹਦਾ ਇਲਾਜ ਕਰ ਹੀ ਨਹੀਂ ਸਕਦੇ ਇਸ ਬਿਮਾਰੀ ਦਾ। ਮਹਾਰਾਜ ਕਹਿੰਦੇ ਜੇ ਪ੍ਰਮਾਤਮਾ ਵਿੱਚ ਆਪ ਆ ਕੇ ਵਰਤੇ ਨਾ, ਤਾਂ ਹੀ ਫਿਰ ਦਵਾ ਦਾਰੂ ਵੀ ਰਾਸ ਆਉਂਦੇ ਆ। ਨਹੀਂ ਤਾਂ ਸਾਧ ਸੰਗਤ ਜੀ ਵੱਡੇ ਵੱਡੇ ਜਿਹੜੇ ਸਪੈਸ਼ਲਿਸਟ ਡਾਕਟਰ ਲੋਕ ਹੁੰਦੇ ਆ ਨਾ, ਉਹ ਵੀ ਹੱਥ ਜੋੜ ਦਿੰਦੇ ਕਿ ਤੁਸੀਂ ਹੁਣ ਜਿੰਨਾ ਸਮਾਂ ਵੀ ਇਸ ਮਰੀਜ਼ ਦੀ ਘਰ ਦੇ ਵਿੱਚ ਰੱਖ ਕੇ ਸੇਵਾ ਕਰ ਸਕਦੇ ਹੋ ਕਰ ਲਓ, ਪਰ ਇਹਦਾ ਬਚਾਅ ਨਹੀਂ ਹੋ ਸਕਦਾ। ਪਰ ਜੇ ਪ੍ਰਮਾਤਮਾ ਬਚਾਉਣਾ ਚਾਹੇ, ਮਰਦਿਆਂ ਹੋਇਆਂ ਨੂੰ ਵੀ ਪ੍ਰਮਾਤਮਾ ਬਚਾ ਲੈਂਦਾ ਹੈ। ਬੇਦੇ ਇਦਾਂ ਦੀ ਪਰਮੇਸ਼ਰ ਬਣਾ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਬਣਾਉਣ ਵਾਲਾ ਉਹ ਪ੍ਰਮਾਤਮਾ ਆਪ ਹੈ। ਚਾਹੇ ਸੂਖਸ਼ਮ ਤੱਤ ਹਨ, ਚਾਹੇ ਸਥੂਲ ਤੱਤ ਹਨ, ਫਿਰ ਉਹਨਾਂ ਤੱਤਾਂ ਤੋਂ ਸੰਸਾਰ ਦੇ ਜੀਵਾਂ ਨੂੰ ਪ੍ਰਮਾਤਮਾ ਨੇ ਬਣਾਇਆ। ਮਹਾਰਾਜ ਕਹਿੰਦੇ ਕੁੱਲ ਆਲਮ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਉਹ ਪਰਮੇਸ਼ਰ ਆਪ ਹੈ। ਬੰਦੇ ਚਸਮ ਦੀਦੰ ਫਨਾਏ, ਬੰਦੇ ਚਸਮ ਦੀਦੰ ਫਨਾਏ। ਹੇ ਬੰਦੇ ਐ ਮਨੁੱਖ, ਐ ਪ੍ਰਾਣਾ ਧਾਰੀ ਜੀਵ, ਜੋ ਕੁਝ ਤੈਨੂੰ ਇਹਨਾਂ ਨੇਤਰਾਂ ਦੇ ਨਾਲ ਨਜ਼ਰ ਆਉਂਦਾ ਪਿਆ ਹੈ ਨਾ, ਇਹ ਫਨਾਏ ਫਨਾ ਹੋ ਜਾਣ ਵਾਲਾ, ਭਾਵ ਸਭ ਕੁਝ ਨਾਸ਼ਵਾਨ ਹੈ। ਇਹ ਫਾਰਸੀ ਭਾਸ਼ਾ ਦੇ ਸ਼ਬਦ ਹਨ। ਬੰਦੇ ਚਸਮ ਦੀਦੰ, ਇਹਨਾਂ ਦੀਦਿਆਂ ਦੇ ਨਾਲ, ਨੇਤਰਾਂ ਦੇ ਨਾਲ ਜਿਹੜਾ ਤੈਨੂੰ ਦਿਸਦਾ ਪਿਆ ਹੈ ਨਾ, ਇਹ ਸਭ ਕੁਝ ਫਨਾ ਹੋ ਜਾਣ ਵਾਲਾ, ਕੁਝ ਵੀ ਸਦਾ ਰਹਿਣ ਵਾਲਾ ਨਹੀਂ ਹੈ। ਕੋਈ ਅੱਜ ਜਾ ਰਿਹਾ ਹੈ, ਕੋਈ ਕੱਲ ਜਾ ਰਿਹਾ ਹੈ। ਇਹ ਪ੍ਰਮਾਤਮਾ ਨੇ ਚੱਲੋ ਚੱਲੀ ਦਾ ਮੇਲਾ ਬਣਾਇਆ ਸੰਸਾਰ ਦੇ ਅੰਦਰ। ਸਰੀਰ ਕਰਕੇ ਕੋਈ ਵੀ ਸੰਸਾਰ ਦੇ ਵਿੱਚ ਸਦਾ ਨਹੀਂ ਕਾਇਮ ਰਹਿ ਸਕਦਾ। ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਇਹ ਤਾਂ ਮਹਾਰਾਜ ਕਹਿੰਦੇ ਚੱਲੋ ਚੱਲੀ ਦਾ ਮੇਲਾ ਹੈ। ਜਿਵੇਂ ਕੋਈ ਮੇਲੇ ਵਿੱਚ ਗਿਆ ਹੋਵੇ ਸਾਧ ਸੰਗਤ ਜੀ, ਕੋਈ ਕੁਝ ਖਰੀਦ ਕਰਕੇ ਲੈ ਕੇ ਘਰਾਂ ਨੂੰ ਚਲਾ ਜਾਂਦਾ, ਕੋਈ ਕੁਝ ਖਰੀਦ ਕਰਕੇ, ਕੋਈ ਰੰਗਾ ਰੰਗਾਂ ਦੀ ਦੁਨੀਆ, ਸਜੇ ਹੋਏ ਬਾਜ਼ਾਰਾਂ ਨੂੰ, ਦੁਕਾਨਾਂ ਨੂੰ ਦੇਖ ਕਰਕੇ ਘਰ ਨੂੰ ਵਾਪਸ ਚਲਾ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਪ੍ਰਮਾਤਮਾ ਨੇ ਸੰਸਾਰ ਵੀ ਇੱਕ ਮੇਲੇ ਦੀ ਤਰ੍ਹਾਂ ਬਣਾਇਆ ਹੋਇਆ। ਰੰਗਾ ਰੰਗਾਂ ਦੇ ਬਾਜ਼ਾਰ, ਤਰ੍ਹਾਂ ਤਰ੍ਹਾਂ ਦੀ ਦੁਨੀਆ ਪ੍ਰਮਾਤਮਾ ਨੇ ਪੈਦਾ ਕੀਤੀ ਹੈ। ਕੋਈ ਸੰਸਾਰ ਦੇ ਵਿੱਚ ਮौज ਮਸਤੀ ਕਰਨ ਦੇ ਵਿੱਚ ਹੀ ਆਪਣੀ ਜ਼ਿੰਦਗੀ ਸਾਰੀ ਲੰਘਾ ਦਿੰਦਾ।
ਕੋਈ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਦੀਆਂ ਦੁਕਾਨਾਂ ਤੇ ਜਾ ਕੇ ਆਪਣਾ ਜੀਵਨ ਬਰਬਾਦ ਕਰ ਦਿੰਦਾ ਹੈ। ਕੋਈ ਗੁਰਮੁਖ ਪਿਆਰੇ ਐਸੇ ਵੀ ਹਨ ਜਿਹੜੇ ਸੰਸਾਰ ਰੂਪੀ ਮੇਲੇ ਵਿੱਚ ਆ ਕੇ ਪ੍ਰਮਾਤਮਾ ਦੀ ਭਜਨ ਬੰਦਗੀ ਕਰਕੇ ਜੀਵਨ ਦੀ ਸਫਲਤਾ ਬਣਾ ਲੈਂਦੇ ਆ। ਪਰ ਮਹਾਰਾਜ ਕਹਿੰਦੇ ਹੈ ਚੱਲੋ ਚੱਲੀ ਦਾ ਮੇਲਾ। ਸਰੀਰ ਕਰਕੇ ਸਦਾ ਨਹੀਂ ਕੋਈ ਵੀ ਜੀਵ ਸੰਸਾਰ ਵਿੱਚ ਕਾਇਮ ਰਹਿਣ ਵਾਲਾ। ਆਪੋ ਆਪਣੀ ਵਾਰੀ ਅਨੁਸਾਰ ਇਹ ਜੀਵ ਸੰਸਾਰ ਤੋਂ ਤੁਰੇ ਜਾ ਰਹੇ ਹਨ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਐਸੋ ਇਹੋ ਸੰਸਾਰ ਪੇਖਣਾ, ਰਹਿਨ ਨਾ ਕੋ ਪਈ ਹੈ ਰੇ, ਸੂਦੇ ਸੂਦੇ ਰੇਗ ਚੱਲੋ ਤੁਮ, ਨਤਰ ਕੋ ਧੱਕਾ ਦੇਵਈ ਹੈ ਰੇ। ਮਹਾਰਾਜ ਕਹਿੰਦੇ ਭਗਤ ਰਸਨਾ ਦੁਆਰਾ ਆਖ ਰਹੇ ਹੈ, ਇਹ ਸੰਸਾਰ ਇਦਾਂ ਦਾ ਹੈ ਕਿ ਸਰੀਰ ਕਰਕੇ ਕਿਸੇ ਵੀ ਜੀਵ ਦਾ ਰਹਿਣਾ ਨਹੀਂ ਬਣਦਾ। ਭਾਵੇਂ ਜਿੰਨਾ ਮਰਜ਼ੀ ਕੋਈ ਦਾਅਵਾ ਕਰੀ ਜਾਵੇ ਕਿ ਮੈਨੂੰ ਮੌਤ ਨਹੀਂ ਆ ਸਕਦੀ, ਕੌਣ ਮੈਨੂੰ ਮਾਰ ਸਕਦਾ ਹੈ, ਪਰ ਹੈ ਅਸਲ ਦੇ ਵਿੱਚ ਮੌਤ ਅਟਲ ਸੱਚਾਈ ਵੈ। ਜੀ ਭਾਵੇਂ ਦੀ ਤੂੰ ਜਿੰਨਾ ਮਰਜ਼ੀ ਭੱਜ ਦੌੜ ਕਰ ਲਵੇ, ਪਰ ਪਤਾ ਨਹੀਂ ਕਿਹੜੇ ਵੇਲੇ ਕਿਸ ਜੀਵ ਤੇ ਸਮਾਂ ਆ ਜਾਣਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬੰਦੇ ਚਸ਼ਮ ਦੀਦੰ ਫਨਾਏ। ਜੋ ਕੁਝ ਨੇਤਰਾਂ ਦੇ ਨਾਲ ਤੈਨੂੰ ਦਿਸਦਾ ਪਿਆ ਸਭ ਕੁਝ ਫਨਾ ਹੋ ਜਾਣ ਵਾਲਾ ਹੈ, ਸਭ ਕੁਝ ਨਾਸ਼ਵਾਨ ਹੈ। ਦੁਨੀਆ ਮੁਰਦਾਰ ਖੁਰਦਨੀ। ਇਹ ਜਿਹੜੀ ਦੁਨੀਆ ਹੈ ਨਾ, ਜਿਤਨੇ ਵੀ ਸੰਸਾਰ ਦੇ ਜੀਵ ਹਨ, ਇਹ ਮੁਰਦਾਰ ਭਾਵ ਮਰੇ ਹੋਏ ਮੁਰਦੇ ਨੂੰ ਖਾਣ ਦੀ ਤਰ੍ਹਾਂ ਸੰਸਾਰ ਦੇ ਵਿੱਚ ਇਦਾਂ ਦੇ ਕਰਮ ਕਰਦੇ ਪਏ ਹੈ। ਗੁਰਬਾਣੀ ਵਿੱਚ ਹਜੂਰ ਦਾ ਮੁੱਖ ਵਾਕ ਆਉਂਦਾ ਹੈ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਜਿਹੜਾ ਮਨੁੱਖ ਝੂਠ ਬੋਲਦਾ ਹੈ, ਸੰਗਤ ਜੀਓ, ਮੁਰਦੇ ਖਾਣ ਦੀ ਤਰ੍ਹਾਂ ਜਾਣੋ ਕਿ ਮੁਰਦਾ ਹੀ ਖਾਂਦਾ ਪਿਆ ਹੈ, ਮੁਰਦਾਰ ਖਾਂਦਾ ਪਿਆ ਜਿਹੜਾ ਮਨੁੱਖ ਜ਼ਿੰਦਗੀ ਵਿੱਚ ਝੂਠ ਬੋਲਦਾ ਹੈ। ਤੇ ਜਿਹੜਾ ਸਾਧ ਸੰਗਤ ਜੀ, ਇਹ ਵੀ ਮਹਾਰਾਜ ਜੀ ਦਾ ਵਚਨ ਆਉਂਦਾ ਹੈ ਕਿ ਹਿੰਦੂ ਮਤ ਦੇ ਵਿੱਚ ਜਿਵੇਂ ਗਊ ਦਾ ਪੂਜਨ ਕਰਦੇ ਆ, ਸਾਧ ਸੰਗਤ ਜਿਹੜਾ ਹਿੰਦੂ ਝੂਠ ਬੋਲਦਾ ਜਾਣੋ ਕਿ ਉਹ ਗਊ ਖਾਣ ਦੀ ਤਰ੍ਹਾਂ, ਭਾਵ ਆਪਣੇ ਇਸ਼ਟ ਦੇਵਤੇ ਨੂੰ ਖਾਣ ਦੀ ਤਰ੍ਹਾਂ ਉਹਨਾਂ ਨੂੰ ਪਾਪ ਕਰਮ ਲੱਗਦਾ ਹੈ। ਔਰ ਇਸੇ ਪ੍ਰਕਾਰ ਗੁਰ ਪੀਰ ਹਾਮਾ ਧਾ ਪਰੇ, ਜਾਂ ਮੁਰਦਾਰ ਨਾ ਖਾਏ। ਉਹਨਾਂ ਦਾ ਗੁਰੂ ਪੀਰ ਤਾਂ ਉਹਨਾਂ ਦੀ ਹਾਮੀ ਭਰਦਾ, ਜੇ ਕਿਤੇ ਜੀਵਨ ਦੇ ਵਿੱਚ ਝੂਠ ਬੋਲਣ ਨੂੰ ਵੀ ਮੁਰਦਾਰ ਨਹੀਂ ਖਾਣਾ ਕਰਦਾ। ਸਾਧ ਸੰਗਤ ਜੀ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਦੁਨੀਆ ਮੁਰਦਾਰ ਖੁਰਦਨੀ। ਤੇ ਜਿਹੜੇ ਇਸਲਾਮ ਦੇ ਵਿੱਚ ਰਹਿਣ ਵਾਲੇ ਮੁਸਲਮਾਨ ਵੀਰ ਹਨ, ਸਾਧ ਸੰਗਤ ਜੀ, ਉਹ ਉਸ ਸੂਵਰ, ਉਸ ਗਾਏ, ਕਹਿੰਦੇ ਉਹ ਸੂਰ ਖਾਣ ਦੀ ਤਰ੍ਹਾਂ। ਇਸਲਾਮ ਦੇ ਵੀ ਜਿਹੜੇ ਮੁਸਲਮਾਨ ਹਨ, ਉਹ ਸੂਰ ਖਾਣਾ ਸਭ ਤੋਂ ਵੱਡਾ ਪਾਪ ਮੰਨਦੇ ਹੈ। ਤੇ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਹੀ ਬਚਨ ਕਰ ਦਿੱਤਾ, ਕਹਿੰਦੇ ਹਨ ਕਿ ਕੂੜ ਬੋਲ, ਜਿਹੜੇ ਝੂਠ ਬੋਲਣਾ ਕਰਦੇ ਨਾ, ਇਹ ਸੰਸਾਰ ਦੇ ਜੀਵ ਹਨ, ਉਹ ਇੱਕ ਮੁਰਦਾਰ ਮੁਰਦੇ ਦੀ ਖਾਣ ਦੀ ਤਰ੍ਹਾਂ ਹਨ। ਗਾਫਲ ਹਵਾਏ। ਗਾਫਲ ਸੰਸਾਰ ਦੇ ਅੰਦਰ ਇਹ ਗਾਫਲਤਾਈ ਵਿੱਚ ਭੁੱਲੇ ਹੋਏ ਫਿਰ ਰਹੇ ਹਨ। ਹਵਾਏ ਤੋਂ ਭਾਵ ਤ੍ਰਿਸ਼ਨਾਲੂ ਤੇ ਲਾਲਚੀ ਬਣ ਕਰਕੇ ਆਪਣੇ ਕਿਰਦਾਰ ਤੋਂ ਗਿਰਦੇ ਜਾ ਰਹੇ ਹੈ। ਜੀਵਨ ਦੇ ਵਿੱਚ ਜੋ ਅਕਾਲ ਪੁਰਖ ਪ੍ਰਮਾਤਮਾ ਨੇ ਕਿਰਦਾਰ ਬਖਸ਼ਿਸ਼ ਕੀਤਾ ਹੈ, ਜ਼ਿੰਦਗੀ ਦੇ ਵਿੱਚ ਜਿਹੜਾ ਉੱਚਾ ਆਚਰਣ ਪ੍ਰਮਾਤਮਾ ਨੇ ਦਿੱਤਾ ਹੈ, ਉਹਨੂੰ ਛੱਡ ਕਰਕੇ ਆਪਣੇ ਆਚਰਣ ਤੋਂ, ਆਪਣੇ ਕਿਰਦਾਰ ਤੋਂ ਗਿਰਦੇ ਜਾ ਰਹੇ ਹੈ। ਇਦਾਂ ਦੀ ਮਹਾਰਾਜ ਕਹਿੰਦੇ ਦੁਨੀਆ ਦੀ ਹਾਲਤ ਬਣਦੀ ਜਾ ਰਹੀ ਹੈ। ਸੰਗਤ ਜੀ, ਧਰਮ ਕੇਵਲ ਵਿਖਾਵੇ ਮਾਤਰ ਸੰਸਾਰ ਦੇ ਅੰਦਰ ਜੀਵਾਂ ਨੇ ਧਾਰਨ ਕਰਨਾ ਕੀਤਾ ਹੈ, ਪਰ ਧਰਮ ਦੀ ਮਰਜ਼ਾਦਾ ਨਹੀਂ ਜੀਵਨ ਦੇ ਵਿੱਚ ਕੋਈ ਧਾਰਨ ਕਰਦਾ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਗਾਫਲ ਹਵਾਏ, ਕਿ ਸੰਸਾਰ ਦੇ ਜਿਹੜੇ ਜੀਵ ਹਨ, ਲਾਲਚੀ ਬਣ ਕਰਕੇ, ਲਾਲਚ ਦੇ ਅਧੀਨ ਹੋ ਕਰਕੇ ਧਰਮ ਤੋਂ ਵੀ ਮੁਨਕਰ ਹੁੰਦੇ ਜਾ ਰਹੇ ਹੈ। ਧਰਮ ਦੀ ਮਰਜ਼ਾਦਾ ਨੂੰ ਵੀ ਛੱਡਦੇ ਜਾ ਰਹੇ ਹੈ। ਪਰ ਜਿਸ ਮਨੁੱਖ ਦੇ ਕੋਲ ਧਰਮ ਦੀ ਮਰਜ਼ਾਦਾ ਨਹੀਂ ਹੈ, ਉਹ ਕਦੇ ਧਰਮੀ ਨਹੀਂ ਬਣ ਸਕਦਾ। ਧਰਮੀ ਤਾਂ ਬਣੇਗਾ ਜੇ ਜੀਵਨ ਦੇ ਵਿੱਚ ਮਹਾਰਾਜ ਜੀ ਦੀ ਬਖਸ਼ੀ ਹੋਈ ਮਰਜ਼ਾਦਾ ਨੂੰ ਧਾਰਨ ਕਰਦਾ ਹੈ। ਤੇ ਜੇ ਕੇਵਲ ਮਖੋਟਾ ਹੀ ਤਨ ਦੇ ਉੱਪਰ ਧਾਰਨ ਕੀਤਾ ਹੈ, ਤੇ ਸਾਧ ਸੰਗਤ ਜੀ, ਉਹ ਤਾਂ ਫਿਰ ਗਧੇ ਤੇ ਸ਼ੇਰ ਦੀ ਖਲ ਪਾਉਣ ਵਾਲਾ ਹਿਸਾਬ ਬਣ ਗਿਆ।
ਇਸ ਕਰਕੇ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ। ਇਹ ਭੁੱਲੇ ਹੋਏ ਜੀਵ ਮਹਾਰਾਜ ਕਹਿੰਦੇ ਲਾਲਚੀ ਬਣ ਕਰਕੇ ਸੰਸਾਰ ਦੇ ਜੀਵ ਆਪਣੀ ਜ਼ਿੰਦਗੀ ਨਿਰਵਾਹ ਕਰ ਰਹੇ ਆ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਗੈਬਾਨ ਹੈਵਾਨ ਹਰਾਮ ਕੁਸਤਨੀ। ਗੈਬਾਨ ਕਹਿੰਦੇ ਜਿਹੜੇ ਗਾਇਬ ਹੋ ਜਾਣ ਵਾਲੀਆਂ ਸ਼ਕਤੀਆਂ ਨੇ, ਭਾਵ ਜਿਵੇਂ ਭੂਤ ਪ੍ਰੇਤ ਆਦਿਕ ਹਨ, ਜਿਨ੍ਹਾਂ ਪ੍ਰਥਾਏ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਸਤਿਗੁਰੂ ਜੀ ਦੇ ਮੁਖ ਵਾਕ ਅਸੀਂ ਪੜ੍ਹਦੇ ਹਾਂ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਇਹ ਬਚਨ ਤਾਪ ਜੀ ਦੇ ਨਾਲ ਪੜ੍ਹ ਕੇ ਸਾਂਝਾ ਕੀਤਾ ਹੈ ਕਿ ਕਈ ਸਾਡੇ ਪ੍ਰਚਾਰਕ ਵੀਰ ਕਹਿੰਦੇ ਨਹੀਂ ਆਪ ਬਣਾਈਆਂ ਹੋਈਆਂ ਗੱਲਾਂ ਨੇ, ਕੋਈ ਭੂਤ ਪ੍ਰੇਤ ਨਹੀਂ ਹੁੰਦੇ। ਜੇ ਗੁਰੂ ਕੀ ਬਾਣੀ ਆਖ ਰਹੀ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਇੱਕ ਨਹੀਂ ਕਈ ਪਤਾ ਨਹੀਂ ਕਿੰਨੇ ਕੁ ਕਰੋੜ ਹੈ, ਕੋਈ ਅੰਤ ਨਹੀਂ ਇਹਨਾਂ ਦਾ। ਤੇ ਫਿਰ ਆਮ ਬੰਦਾ ਕੋਈ ਪ੍ਰਚਾਰ ਕਰੇ ਕਿ ਨਹੀਂ ਹੋ ਨਹੀਂ ਸਕਦਾ, ਤੇ ਸਾਰੀ ਸੰਗਤ ਜੀ ਜੇ ਫਿਰ ਵੀ ਅਸੀਂ ਉਹਦੇ ਪਿੱਛੇ ਲੱਗ ਕਰਕੇ ਮੰਨੀਏ ਤੇ ਫਿਰ ਸਾਡੀ ਭੁੱਲੇ ਹੈ ਨਾ, ਸਾਡੀ ਅਗਿਆਨਤਾ ਹੈ। ਜੋ ਪ੍ਰਚਾਰ ਗੁਰੂ ਕੀ ਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਉਸੇ ਨੂੰ ਸੱਚ ਮੰਨਣਾ ਚਾਹੀਦਾ, ਨਾ ਕਿ ਤਰਕਵਾਦੀ ਲੋਕਾਂ ਦੇ ਪਿੱਛੇ ਲੱਗ ਕੇ ਸਾਨੂੰ ਗੁਰੂ ਕੀ ਬਾਣੀ ਤੇ ਸ਼ੰਕਾ ਕਰਨਾ ਚਾਹੀਦਾ। ਕਿਉਂਕਿ ਬੜੇ ਪ੍ਰਚਾਰਕ ਸਾਡੇ ਇਦਾਂ ਦੇ ਹਨ ਜੋ ਐਸਾ ਦੁਬਿਧਾ ਪਾਉਣ ਵਾਸਤੇ ਪੰਥ ਦੇ ਅੰਦਰ ਪ੍ਰਚਾਰ ਕਰਦੇ ਐ, ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਕਿ ਭੂਤ ਪ੍ਰੇਤ ਕੁਝ ਨਹੀਂ ਹੁੰਦੇ, ਐਵੇਂ ਬਣਾਈਆਂ ਹੋਈਆਂ ਬਾਬਿਆਂ ਦੀਆਂ ਗੱਲਾਂ ਨੂੰ ਡਰਾਉਣ ਦੇ ਵਾਸਤੇ ਕਈ ਇਦਾਂ ਪ੍ਰਚਾਰ ਕਰਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਇੱਕ ਨੇ ਬੇਅੰਤ ਬਚਨ ਹਨ ਗੁਰਬਾਣੀ ਵਿੱਚ, ਪੜ੍ਹ ਕਰਕੇ ਵਿਚਾਰ ਕਰਕੇ ਦੇਖੀਏ। ਜਿਵੇਂ ਹਜੂਰ ਨੇ ਇਹ ਵੀ ਬਚਨ ਉਚਾਰਨ ਕੀਤਾ, ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ। ਪਸ਼ੂ ਤੇ ਪ੍ਰੇਤ, ਇਹ ਪ੍ਰੇਤ ਕਿਹਨੂੰ ਕਿਹਾ ਜਾਂਦਾ ਹੈ? ਭੂਤਾਂ ਦੀ ਜਾਤੀ ਹੈ ਨਾ ਇੱਕ ਪ੍ਰੇਤ ਜਿਹੜੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਜੇ ਤੇਰੀ ਕਿਰਪਾ ਹੋ ਜਾਵੇ ਤੂੰ ਪਸ਼ੂਆਂ ਨੂੰ ਵੀ ਪ੍ਰੇਤਾਂ ਨੂੰ ਵੀ ਤਾਰ ਦਿੰਦਾ, ਮੂਰਖਾਂ ਨੂੰ ਵੀ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ। ਫਿਰ ਪ੍ਰੇਤ ਸ਼ਬਦ ਨਹੀਂ ਸੀ ਵਰਤਣਾ ਜੇ ਸੰਸਾਰ ਦੇ ਵਿੱਚ ਭੂਤ ਪ੍ਰੇਤ ਨਾ ਹੁੰਦੇ। ਜੇ ਹਨ ਤਾਂ ਹੀ ਮਹਾਰਾਜ ਜੀ ਨੇ ਸ਼ਬਦ ਵਰਤੇ ਹੈ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਗੈਬਾਨ, ਜਿਹੜੀਆਂ ਗਾਇਬ ਹੋ ਜਾਣ ਵਾਲੀਆਂ ਸ਼ਕਤੀਆਂ ਭੂਤ ਪ੍ਰੇਤ ਆਦਿਕ ਹਨ। ਹੈਵਾਨ, ਜਿਹੜੇ ਸਾਧ ਸੰਗਤ ਜੀ ਬੜੇ ਬੜੇ ਤਾਕਤਵਰ ਜਾਨਵਰ ਹਨ, ਉਹਨਾਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਪਸ਼ੂਆਂ ਵਰਗਾ ਮਨੁੱਖ ਦਾ ਸੁਭਾਅ ਬਣਦਾ ਜਾ ਰਿਹਾ ਹੈ। ਪ੍ਰੇਤਾਂ ਦੀ ਤਰ੍ਹਾਂ ਤਾਂ ਹੈ ਕਿ ਜੀਵ ਸਾਧ ਸੰਗਤ ਜੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨੇ ਜੇ ਮਾਨਸ ਜੀਵਨ ਬਖਸ਼ਿਸ਼ ਕੀਤਾ, ਮਨੁੱਖਾ ਸਰੀਰ ਦਿੱਤਾ ਹੈ, ਜਿੰਨੀਆਂ ਵੀ ਪ੍ਰਮਾਤਮਾ ਨੇ ਜੂਨਾਂ ਪੈਦਾ ਕੀਤੀਆਂ ਨੇ ਹਰ ਇੱਕ ਜੂਨ ਦੀ ਮਰਜ਼ਾਦਾ ਹੈ। ਮਨੁੱਖਾ ਸਰੀਰ ਦੀ ਵੀ ਮਰਜ਼ਾਦਾ ਹੈ। ਜੇ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਫਿਰ ਤਾਂ ਉਹ ਬੰਦੇ ਨੂੰ ਬੰਦਾ ਹੀ ਕਿਹਾ ਜਾਂਦਾ ਹੈ, ਮਨੁੱਖ ਕਿਹਾ ਜਾਂਦਾ ਕਿ ਹਾਂ ਇਹ ਮਨੁੱਖ ਹੈ। ਪਰ ਜੇ ਮਰਜ਼ਾਦਾ ਦੀ ਉਲੰਘਣਾ ਕਰਦਾ ਫਿਰ ਬੰਦੇ ਨੂੰ ਕੋਈ ਬੰਦਾ ਨਹੀਂ ਆਖਣਾ ਕਰਦਾ। ਸਾਰੀ ਸੰਗਤ ਜੀ ਜਿਵੇਂ ਸਤਿਗੁਰੂ ਜੀ ਦਾ ਬਚਨ ਆਉਂਦਾ ਨਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਕਰਮ ਕਰਤੂਤਾਂ ਪਸ਼ੂਆਂ ਵਾਲੀਆਂ ਨੇ ਮਨੁੱਖ ਦੀਆਂ। ਜਾਮਾ ਭਾਵੇਂ ਮਨੁੱਖਾਂ ਵਾਲਾ ਪ੍ਰਾਪਤ ਹੋ ਗਿਆ, ਪਰਮਾਤਮਾ ਨੇ ਇਹਦੇ ਤੇ ਤਰਸ ਕਰਕੇ ਮਾਨਸ ਜੀਵਨ ਦਿੱਤਾ, ਪਰ ਕਰਮ ਕਰਤੂਤਾਂ ਇਹਦੀਆਂ ਪਸ਼ੂਆਂ ਵਾਲੀਆਂ ਨੇ। ਮਨੁੱਖ ਦੇ ਅਤੇ ਪਸ਼ੂ ਦੇ ਸਾਧ ਸੰਗਤ ਜੀ ਸਮਾਨ ਗੁਣ ਦਰਸਾਏ ਵਿਦਵਾਨ ਪੁਰਖਾਂ ਨੇ ਗ੍ਰੰਥਾਂ ਦੇ ਅੰਦਰ। ਸਾਰਗ ਤਾਵਲੀ ਦੇ ਕਰਤਾ ਕਵੀ ਭਾਈ ਹਰਦਿਆਲ ਜੀ ਦਾ ਬਚਨ ਆਉਂਦਾ ਹੈ ਕਿ ਜਿਹੜਾ ਮਨੁੱਖ, ਜਿਵੇਂ ਡਰਦਾ ਮਨੁੱਖ ਵੀ ਹੈ ਤੇ ਪਸ਼ੂ ਵੀ ਡਰਦੇ ਨੇ, ਖਾਂਦਾ ਮਨੁੱਖ ਵੀ ਹੈ ਤੇ ਪਸ਼ੂ ਵੀ ਖਾਂਦੇ ਹੈ, ਸੌਂਦਾ ਮਨੁੱਖ ਵੀ ਹੈ ਤੇ ਪਸ਼ੂ ਵੀ ਸੌਂਦੇ ਹੈ, ਭੋਗ ਬਿਲਾਸ ਮਨੁੱਖ ਵੀ ਕਰਦਾ ਹੈ, ਜੀਵਾਂ ਦੀ ਉਤਪਤੀ ਲਈ ਪਸ਼ੂ ਵੀ ਕਰਦੇ ਹੈ। ਪਰਮਾਤਮਾ ਨੇ ਮਰਜ਼ਾਦਾ ਸ੍ਰਿਸ਼ਟੀ ਦੀ ਬਣਾਈ ਹੋਈ ਹੈ ਪੈਦਾਇਸ਼ ਵਾਸਤੇ, ਪਰ ਇੱਕ ਮਨੁੱਖ ਦੇ ਵਿੱਚ ਪਰਮਾਤਮਾ ਨੇ ਬਹੁਤ ਵੱਡਾ ਗੁਣ ਪਾਇਆ, ਉਹ ਹੈ ਗਿਆਨ ਦਾ। ਹੋਰ ਕੁੱਲ ਦੁਨੀਆ ਵਿੱਚ, ਕੁੱਲ ਸੰਸਾਰ ਦੇ 84 ਲੱਖ ਜੂਨਾਂ ਵਿੱਚ ਮਹਾਰਾਜ ਕਹਿੰਦੇ ਕੋਈ ਐਸੀ ਜੂਨ ਨਹੀਂ ਜਿਹੜੀ ਮਹਾਰਾਜ ਜੀ ਦੀ ਸੰਗਤ ਕਰਕੇ ਗਿਆਨ ਦੀ ਪ੍ਰਾਪਤੀ ਕਰ ਲਵੇ। ਸਭ ਨੂੰ ਨਿਰਬੁੱਧ ਜੀਵ ਆਖਿਆ ਜਾਂਦਾ ਹੈ, ਪਰ ਇੱਕ ਉਹ ਸੰਸਾਰ ਦੇ ਜੀਵ ਜਿਨ੍ਹਾਂ ਨੂੰ ਪਰਮਾਤਮਾ ਨੇ ਬਣਾਇਆ, ਜਿਨ੍ਹਾਂ ਨੂੰ ਮਨੁੱਖਾ ਸਰੀਰ ਦਿੱਤਾ ਹੈ,
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਉਹਨਾਂ ਨੂੰ ਵਿਵੇਕ ਬੁੱਧੀ ਵਾਲੇ ਕਿਹਾ ਜਾਂਦਾ ਹੈ। ਪਰ ਕਵੀ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਿ ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਸ਼ ਸਮਾਨ। ਇਹ ਸਮਾਨ ਗੁਣ ਹਨ ਪਸ਼ੂਆਂ ਤੇ ਮਨੁੱਖਾਂ ਦੇ। ਪਰ ਅਗਲਾ ਬਚਨ ਆਉਂਦਾ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ ਜਾਨ। ਜੇ ਉਹ ਮਨੁੱਖ ਮਹਾਰਾਜ ਜੀ ਤੋਂ ਗਿਆਨ ਦੀ ਪ੍ਰਾਪਤੀ ਨਹੀਂ ਕਰਦਾ, ਅਗਿਆਤ ਗਾਫਲਤਾ ਵਿੱਚ ਹੀ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ, ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਫਿਰ ਪਸ਼ੂਆਂ ਦੇ ਸਮਾਨ ਹੀ ਜਾਣਨਾ ਕਰੋ। ਇਸ ਕਰਕੇ ਹਜੂਰ ਨੇ ਉਚਾਰਨ ਕੀਤਾ, ਗੈਬਾਨ ਹੈਵਾਨ ਹਰਾਮ ਕੁਸਤਨੀ। ਹਰਾਮ ਕਹਿੰਦੇ ਨੇ ਸਾਧ ਸੰਗਤ ਜੀ ਹੁੱਕਾ, ਹਜਾਮਤ, ਹਲਾਲੋ ਹਰਾਮ, ਜਿਹੜੀਆਂ ਚਾਰ ਬੱਜਰ ਕੁਰਹਿਤਾ ਹਨ ਸਿੱਖ ਪੰਥ ਦੇ ਅੰਦਰ। ਜੋ ਰਹਿਤ ਮਰਜ਼ਾਦਾ ਹੈ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਪਾਨ ਕੀਤਾ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਉਹਨਾਂ ਨੂੰ ਯਾਦ ਹੋਵੇਗਾ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਪੰਜ ਪਿਆਰੇ ਸਹਿਬਾਨ ਰਹਿਤ ਮਰਜ਼ਾਦਾ ਸਾਨੂੰ ਦ੍ਰਿੜ ਕਰਵਾਉਂਦੇ ਆ, ਖਾਲਸਾ ਜੀ ਆਪਣੀ ਜ਼ਿੰਦਗੀ ਦੇ ਵਿੱਚ ਹੁੱਕਾ, ਹਜਾਮਤ, ਹਲਾਲੋ ਹਰਾਮ ਇਹਨਾਂ ਦਾ ਕਦੇ ਵੀ ਸੇਵਨ ਨਹੀਂ ਕਰਨਾ। ਹੁੱਕਾ, ਸਿਗਰਟ, ਬੀੜੀ ਆਦਿਕ ਤੇ ਹਜਾਮਤ ਕਹਿੰਦੇ ਨੇ ਕੇਸਾਂ ਦੀ ਬੇਅਦਬੀ ਕਰਨੇ ਨੂੰ। ਸਿਰ ਦੀ ਚੋਟੀ ਤੋਂ ਲੈ ਕਰਕੇ ਪੈਰਾਂ ਦੇ ਅੰਗੂਠੇ ਤੱਕ ਭਾਵ ਇੱਕ ਵੀ ਰੋਮ ਕਦੇ ਕੱਟਣਾ ਨਹੀਂ ਹੈ, ਕਦੇ ਮੁੰਨਣਾ ਨਹੀਂ ਹੈ, ਕੋਈ ਇਹਨਾਂ ਦੀ ਹਜਾਮਤ ਨਹੀਂ ਕਰਨੀ। ਹੁੱਕਾ, ਹਜਾਮਤ, ਹਲਾਲੋ ਹਰਾਮ, ਕੁੱਠਾ ਮਾਸ ਨਹੀਂ ਖਾਣਾ। ਔਰ ਇਸ ਪ੍ਰਕਾਰ ਹਰਾਮ ਕਹਿੰਦੇ ਨੇ ਪਰ ਇਸਤਰੀ ਦਾ ਜਾਂ ਪਰ ਪੁਰਸ਼ ਦਾ ਗਮਨ ਨਹੀਂ ਕਰਨਾ, ਭਾਵ ਵਿਭਚਾਰ ਕੋ ਕਰਮ ਨਹੀਂ ਕਰਨਾ। ਇਹ ਸਿੱਖ ਦੀ ਮਰਜ਼ਾਦਾ ਦੇ ਵਿੱਚ ਵਿਸ਼ੇਸ਼ ਕਰਕੇ ਚਾਰ ਬੱਜਰ ਕੁਰਹਿਤਾਂ ਦਰਸਾਈਆਂ ਜਾਂਦੀਆਂ ਨੇ। ਖਾਲਸਾ ਜੀ ਜੀਵਨ ਦੇ ਵਿੱਚ ਇਹਨਾਂ ਤੋਂ ਸੁਚੇਤ ਹੋ ਕਰਕੇ ਰਹਿਣਾ, ਕਦੇ ਭੁੱਲ ਕੇ ਵੀ ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਨਹੀਂ ਧਾਰਨ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਐ ਗੁਰਸਿੱਖੋ ਗੈਬਾਨ ਹੈਵਾਨ ਹਰਾਮ ਕੁਸਤਨੀ। ਹਰਾਮ ਜਿਹੜਾ ਜੀਵਾਂ ਨੂੰ ਕੁਸਤਨੀ ਕੋਹ ਕਰਕੇ ਮਾਰਨਾ ਹੈ। ਕੁਸਤਨੀ ਕਹਿੰਦੇ ਕੋਹ ਕਰਕੇ, ਐ ਤਰਸਾ ਕੇ ਜੀਵਾਂ ਨੂੰ ਮਾਰਨਾ ਹੈ। ਮੁਰਦਾਰ ਬਖੋ ਰਾਏ। ਜਿਹੜਾ ਮਨੁੱਖ ਇਹ ਜ਼ਿੰਦਗੀ ਵਿੱਚ ਇਦਾਂ ਦੇ ਕਰਮ ਕਰਦਾ ਨਾ, ਪਾਪ ਕਰਦਾ, ਮੁਰਦਾਰ ਬਖੋ ਰਾਏ। ਮਹਾਰਾਜ ਕਹਿੰਦੇ ਜਾਣੋ ਕਿ ਮੁਰਦਾ ਹੀ ਖਾਂਦਾ ਪਿਆ ਹੈ। ਮੁਰਦਾਰ ਖਾਣ ਦੀ ਤਰ੍ਹਾਂ ਉਹ ਜ਼ਿੰਦਗੀ ਵਿੱਚ ਇਦਾਂ ਦੇ ਕਰਮ ਕਰਦਾ, ਜਾਣੋ ਕਿ ਮੁਰਦਾਰ ਮੁਰਦੇ ਲੋਥਾਂ ਹੀ ਖਾਂਦਾ ਪਿਆ, ਜਿਹੜਾ ਐਸੇ ਭੈੜੇ ਕਰਮ ਜੀਵਨ ਵਿੱਚ ਕਰਦਾ ਹੈ। ਕਬਜਾ ਕਾਦਰ। ਫਿਰ ਸਿੱਖ ਬੇਨਤੀ ਕਰਦੇ ਨੇ, ਮਹਾਰਾਜ ਜੀਵ ਦਾ ਮਨ ਕਿਉਂ ਨਹੀਂ ਵਸ ਵਿੱਚ ਹੁੰਦਾ? ਹਜੂਰ ਕਹਿੰਦੇ ਹਨ, ਇਹ ਜਿਹੜੀ ਕਬਜ਼ਾ ਕਰਨ ਵਾਲੀ ਪ੍ਰਮਾਤਮਾ ਦੀ ਮਾਇਆ ਵੀ ਸ਼ਕਤੀ ਪੈਦਾ ਕੀਤੀ ਹੈ ਨਾ, ਦਿਲ ਕਬਜ਼, ਉਹਨੇ ਸੰਸਾਰ ਦੇ ਜੀਵਾਂ ਦੇ ਦਿਲ ਜਿਹੜੇ ਮਨ ਆਪਣੇ ਕਬਜ਼ੇ ਵਿੱਚ ਕੀਤੇ ਹੋਏ ਹੈ। ਕਬਜ਼ਾ ਕਰਨ ਤੋਂ ਭਾਵ ਆਪਣਾ ਹੱਕ ਉਹਦੇ ਤੇ ਜਮਾ ਲੈਣਾ, ਜਤਾ ਲੈਣਾ, ਆਪਣੇ ਵਸ ਵਿੱਚ ਕਰ ਲੈਣਾ। ਉਹਨੂੰ ਕਿਹਾ ਜਾਂਦਾ ਇਹਦੇ ਤੇ ਕਬਜ਼ਾ ਕਰ ਲਿਆ। ਇਹ ਸੁਭਾਵਿਕ ਹੀ ਆਪਾਂ ਸ਼ਬਦ ਵਰਤਦੇ ਆ ਨਾ ਆਪਣੀ ਠੇਠ ਪੰਜਾਬੀ ਦੇ ਵਿੱਚ ਵੀ, ਕਿ ਫਲਾਣੇ ਥਾਂ ਤੇ ਫਲਾਣੇ ਬੰਦੇ ਨੇ ਜ਼ਮੀਨ ਤੇ ਕਬਜ਼ਾ ਕਰ ਲਿਆ। ਕਬਜ਼ਾ ਕਰ ਲਿਆ ਭਾਵ ਉਹਦੇ ਤੇ ਆਪਣਾ ਹੱਕ ਜਤਾ ਲਿਆ ਕਿ ਮੇਰਾ ਹੱਕ ਹੈ, ਮੈਂ ਕਬਜ਼ਾ ਕਰ ਲਿਆ, ਇਹ ਹੁਣ ਮੇਰੇ ਅਧੀਨ ਰਹੇਗੀ, ਮੇਰੇ ਹੇਠ ਰਹੇਗੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਦਿਲ ਕਬਜ਼ ਕਬਜ਼ਾ ਕਾਦਰੋ। ਕਾਦਰੋ ਨਾਮ ਪਰਮਾਤਮਾ ਦਾ ਹੈ, ਤੇ ਕਬਜ਼ਾ ਕਰਨ ਵਾਲੀ, ਵਸ ਵਿੱਚ ਕਰਨ ਵਾਲੀ ਮਾਇਆ ਵੀ ਸ਼ਕਤੀ ਜੋ ਪਰਮਾਤਮਾ ਦੀ ਪੈਦਾ ਕੀਤੀ ਹੈ। ਐ ਗੁਰਸਿੱਖੋ, ਉਸ ਮਾਇਆ ਵੀ ਸ਼ਕਤੀ ਨੇ ਜੀਵਾਂ ਦੇ ਮਨਾਂ ਨੂੰ, ਦਿਲਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਇਹ ਜੀਵ ਮਾਇਆ ਦੇ ਅਧੀਨ ਹੋ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਤੇ ਮਾਇਆ ਕਦੇ ਵੀ ਜੀਵਾਂ ਨੂੰ ਚੰਗੇ ਪਾਸੇ ਨਹੀਂ ਲਗਾਉਣਾ ਕਰਦੀ। ਕਦੇ ਵੀ ਨਹੀਂ ਕਹਿੰਦੀ ਕਿ ਜਾਗੋ, ਜਾਗਰਤ ਅਵਸਥਾ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪੋ, ਗੁਰੂ ਕੀ ਬਾਣੀ ਪੜੋ, ਗੁਰੂ ਕੀ ਸੰਗਤ ਕਰੋ, ਸੇਵਾ ਸਿਮਰਨ ਕਰੋ, ਭਜਨ ਬੰਦਗੀ ਕਰਕੇ ਜੀਵਨ ਸਫਲਾ ਬਣਾਓ। ਨਹੀਂ, ਇਹ ਅਵਿਦਿਆ ਦੀ ਨਿੰਦਰਾ ਵੀ ਸਮਾ ਕਰਕੇ ਰੱਖਦੀ ਹੈ। ਕਦੇ ਲੋਭ ਦੀਆਂ ਲੋਰੀਆਂ ਦਿੰਦੀ ਹੈ, ਕਦੇ ਹੰਕਾਰ ਦੀਆਂ, ਕਦੇ ਸ਼ਰੀਰਾਂ ਦੇ ਮੋਹ ਦੀਆਂ, ਕਦੇ ਪਦਾਰਥਾਂ ਦੀਆਂ ਮਮਤਾ ਦੀਆਂ ਲੋਰੀਆਂ ਦੇ ਕਰਕੇ ਜੀਵਾਂ ਨੂੰ ਸਵਾਲ ਕੇ ਰੱਖਦੀ ਹੈ। ਇਦਾਂ ਦੀ ਮਹਾਰਾਜ ਕਹਿੰਦੇ ਇਹਦੀ ਹਾਲਤ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਹਨ ਗੁਰਬਾਣੀ ਵਿੱਚ ਕਿ ਤਿੰਨਾਂ ਗੁਣਾਂ ਦੇ ਜਿਹੜੇ ਵਰਤਣ ਵਾਲੇ ਜੀਵ ਜੰਤੂ ਹੈ ਨਾ,
ਸਾਧ ਸੰਗਤ ਜੀ, ਸਭ ਨੂੰ ਇਸ ਮਾਇਆਵੀ ਸ਼ਕਤੀ ਨੇ ਆਪਣੇ ਅਧੀਨ ਕੀਤਾ ਹੈ। ਤਿੰਨਾਂ ਦੇ ਮਨ ਆਪਣੇ ਵਸ ਵਿੱਚ ਕਰਕੇ ਰੱਖੇ ਹੋਏ ਹੈ। ਦਿਲ ਕਬਜ਼, ਕਬਜ਼ਾ ਕਾਦਰੋ। ਇਹ ਕਬਜ਼ਾ ਕਰਨ ਵਾਲੀ ਕਾਦਰੋ ਪਰਮੇਸ਼ਰ ਕਾਦਰ ਦੀ ਪੈਦਾ ਕੀਤੀ ਹੋਈ ਜੋ ਮਾਇਆ ਹੈ, ਇਸ ਨੇ ਸਭ ਦੇ ਮਨਾਂ ਨੂੰ ਆਪਣੇ ਅਧੀਨ ਕੀਤਾ ਹੈ। ਦੋਜਕ ਸਜਾਏ। ਇਸੇ ਕਰਕੇ ਮਹਾਰਾਜ ਕਹਿੰਦੇ ਦੋਜਕ ਨਰਕਾਂ ਦੇ ਵੀ ਜੀਵਾਂ ਨੂੰ ਸਜ਼ਾ ਮਿਲਦੀ ਹੈ। ਮਾਇਆਵੀ ਸ਼ਕਤੀ ਦੇ ਅਧੀਨ ਹੋ ਕੇ ਰਹਿੰਦੇ, ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, ਪਾਪ ਕਰਦੇ ਨੇ ਪਰ ਪਰਮਾਤਮਾ ਨੂੰ ਕਦੇ ਚੇਤੇ ਨਹੀਂ ਕਰਦੇ। ਪਾਪ ਚਿਤਵਦੇ ਹੈ ਪਰ ਪਰਮਾਤਮਾ ਨੂੰ ਨਹੀਂ ਕਦੇ ਚਿਤਵਦੇ, ਰੱਬ ਨੂੰ ਨਹੀਂ ਕਦੇ ਚੇਤੇ ਕਰਦੇ। ਜ਼ਿੰਦਗੀ ਭਰ ਕਦੇ ਕਿਸੇ ਦਾ ਬੁਰਾ ਸੋਚ ਲਿਆ, ਕਦੇ ਕਿਸੇ ਦਾ ਬੁਰਾ ਸੋਚ ਲਿਆ, ਕਦੇ ਕਿਸੇ ਦਾ ਭਲਾ ਸੋਚਿਆ ਨਾ, ਕਦੇ ਕਿਸੇ ਦਾ ਮਾੜਾ ਕਰ ਦਿੱਤਾ, ਕਦੇ ਮਾੜਾ ਸੋਚ ਲਿਆ, ਕਦੇ ਜ਼ਿੰਦਗੀ ਵੀ ਚੰਗਾ ਕੀਤਾ ਨਾ। ਇਦਾਂ ਹੀ ਮਹਾਰਾਜ ਕਹਿੰਦੇ ਜ਼ਿੰਦਗੀ ਸਾਰੀ ਲੰਘਾ ਦਿੱਤੀ। ਫਿਰ ਦੋਜਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਜਾਏ। ਦੋਜਕ ਕਿਹਾ ਜਾਂਦਾ ਨਰਕਾਂ ਨੂੰ, ਨਰਕਾਂ ਦੀ ਅੱਗ ਦੇ ਵਿੱਚ ਫਿਰ ਸਜ਼ਾ ਭੋਗਦਾ ਹੈ। ਐਸੀ ਹੈ ਜੀਵ ਤੇਰੀ ਹਾਲਤ ਹੈ। ਵਲੀ ਨਿਆਮਤ ਬਿਰਾਦਰਾ। ਵਲੀ ਕਹਿੰਦੇ ਨੇ ਸਾਧ ਸੰਗਤ ਜੀ ਦਾਤਾਂ ਦੇਣ ਵਾਲੇ ਨੂੰ, ਔਰ ਨਿਆਮਤ ਜਿਹੜਾ ਬਖਸ਼ਿਸ਼ਾਂ ਕਰਨ ਵਾਲਾ। ਵਲੀ ਨਾਮ ਪਿਤਾ ਦਾ ਵੀ ਹੈ। ਜਿਵੇਂ ਇੱਕ ਪਿਤਾ ਹੈ, ਉਹ ਬੱਚਿਆਂ ਨੂੰ ਸਾਧ ਸੰਗਤ ਜੀ ਪਰਵਰਿਸ਼ ਕਰਦਾ ਹੈ, ਮਿਹਨਤ ਕਰਕੇ ਲੈ ਕੇ ਆਉਂਦਾ, ਤਰ੍ਹਾਂ ਤਰ੍ਹਾਂ ਦੇ ਪਕਵਾਨ, ਕੱਪੜੇ ਆਦਿਕ ਵਸਤੂਆਂ ਆਦਿਕ ਧਨ ਕਮਾਈ ਕਰਕੇ ਲੈ ਕੇ ਆਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਲੀ ਨਿਆਮਤ ਬਿਰਾਦਰਾ। ਬਿਰਾਦਰਾ ਕਹਿੰਦੇ ਨੇ ਭਰਾਵਾਂ ਨੂੰ। ਜੀਵਨ ਦੇ ਵਿੱਚ ਚਾਹੇ ਸਾਧ ਸੰਗਤ ਜੀ ਪਿਤਾ ਹੈ, ਦਾਤਾਂ ਦੇਣ ਵਾਲਾ ਹੈ, ਕਮਾਈ ਕਰਕੇ ਲਿਆਉਣ ਵਾਲਾ, ਚਾਹੇ ਭਰਾ ਆਦਿਕ ਹਨ। ਦਰਬਾਰ ਮਿਲਕ ਖਨਾਏ। ਚਾਹੇ ਦਰਬਾਰ ਵੱਡੇ ਵੱਡੇ ਜਿਹੜੇ ਸਾਧ ਸੰਗਤ ਜੀ ਦਰਬਾਰ ਲਾਉਣ ਵਾਲੇ ਹਨ। ਮਿਲਕ ਭਾਵੇਂ ਜ਼ਗੀਰਦਾਰ ਹੈ, ਵੱਡੀਆਂ ਵੱਡੀਆਂ ਦਰਬਾਰ ਕਚਹਿਰੀਆਂ ਲਗਾਉਣ ਵਾਲੇ ਲੋਕ ਹੈ। ਮਿਲਕ ਵੱਡੇ ਵੱਡੇ ਜ਼ਗੀਰਦਾਰ, ਬਹੁਤੀਆਂ ਜ਼ਗੀਰਾਂ ਵਾਲੇ। ਖਾਨਾਏ ਵੱਡੇ ਵੱਡੇ ਘਰਾਂ ਨੂੰ ਬਣਾਉਣ ਵਾਲੇ ਜਿਹੜੇ ਹਨ। ਭਾਵੇਂ ਇੰਨਾ ਕੁਝ ਵੀ ਮਹਾਰਾਜ ਕਹਿੰਦੇ ਸੰਸਾਰ ਦੇ ਜੀਵਾਂ ਦੇ ਕੋਲ ਹੈ। ਜਬ ਅਜਰਾਈਲ ਬਸਤਨੀ। ਪਰ ਜਦੋਂ ਮੌਤ ਦਾ ਸਮਾਂ ਆ ਜਾਣਾ, ਅਜ਼ਰਾਈਲ ਮੌਤ ਦੇ ਫਰਿਸ਼ਤੇ ਨੂੰ ਕਿਹਾ ਜਾਂਦਾ ਹੈ। ਬਸਤਨੀ ਨਾਮ ਬੰਨਣ ਦਾ ਹੈ। ਜਦੋਂ ਗਲ ਵਿੱਚ ਫਾਹਾ ਪਾ ਕੇ ਮੌਤ ਦੇ ਅਜ਼ਰਾਈਲ ਫਰਿਸ਼ਤੇ ਨੇ ਆ ਕਰਕੇ ਬੰਨ ਲਿਆ, ਪਰਮਾਤਮਾ ਦਾ ਭਜਨ ਬੰਦਗੀ ਨਾ ਕੀਤਾ, ਜ਼ਿੰਦਗੀ ਵੀ ਸੇਵਾ ਸਿਮਰਨ ਨਾ ਕੀਤਾ, ਫਿਰ ਧਰਮਰਾਜੇ ਦੇ ਭੇਜੇ ਹੋਏ ਮੌਤ ਦੇ ਫਰਿਸ਼ਤੇ ਨੇ ਆ ਕਰਕੇ ਜਦੋਂ ਬੰਨ ਲੈਣਾ ਕੀਤਾ, ਤਬ ਚੇਕਾਰੇ ਵਿਦਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਐ ਜੀਵ ਤਬ ਤਦੋਂ ਉਹ ਸਮੇਂ ਚੇਕਾਰੇ ਵਿਦਾਏ। ਮਹਾਰਾਜ ਕਹਿੰਦੇ ਵਿਦਾਈ ਦੱਸਣਾ ਕਰ ਕੌਣ ਤੇਰੇ ਕੰਮ ਆਵੇਗਾ। ਉਸ ਸਮੇਂ ਕਾਰੇ ਨਾਮ ਕੰਮ ਆਉਣਦਾ, ਉਸ ਸਮੇਂ ਕਿੰਨੇ ਕੰਮ ਆਉਣਾ ਹੈ। ਵੱਡੇ ਵੱਡੇ ਬਣਾਏ ਹੋਏ ਬੰਗਲਿਆਂ ਨੇ, ਮਹਿਲਾਂ ਨੇ, ਘਰਾਂ ਨੇ, ਜ਼ਗੀਰਾਂ ਨੇ, ਜਾਂ ਫਿਰ ਜਿਸ ਪਿਤਾ ਦਾ ਤੂੰ ਮਾਣ ਕਰਦਾ ਉਸ ਪਿਤਾ ਨੇ, ਭਾਵ ਕਿਸੇ ਨੇ ਤੇਰੇ ਸਹਾਇਕ ਨਹੀਂ ਬਣਦਾ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਮੁੱਖ ਵਾਕ ਹੈ, ਮਾਤ ਪਿਤਾ ਭਾਈ ਸੁਤ ਬਨਤਾ। ਚਾਹੇ ਮਾਤਾ ਹੈ, ਪਿਤਾ ਹੈ, ਭਰਾ ਹੈ, ਸੰਬੰਧੀ ਹੈ, ਸੁਪੁੱਤਰ ਹੈ, ਪਰਿਵਾਰ ਹੈ। ਇਹ ਪਰਿਵਾਰ ਦੇ ਵਿੱਚੋਂ ਅੰਤ ਸਮੇਂ ਕੋਈ ਵੀ ਜੀਵ ਦਾ ਸਹਾਇਕ ਨਹੀਂ ਬਣ ਸਕਦਾ ਜਿਹੜਾ ਕਹੇ ਕਿ ਮੈਂ ਤੈਨੂੰ ਜਮਾਂ ਦੀ ਮਾਰ ਤੋਂ ਬਚਾ ਲਵਾਂਗਾ, ਮੈਂ ਤੈਨੂੰ ਮੌਤ ਤੋਂ ਬਚਾ ਲਵਾਂਗਾ, ਮੈਂ ਤੇਰੀ ਰੱਖਿਆ ਕਰਾਂਗਾ। ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਕਿ ਇਹ ਤਾਂ ਜਿਤਨੇ ਵੀ ਸੰਸਾਰ ਦੇ ਸੰਬੰਧੀ ਹਨ, ਪੂਰਬ ਜਨਮ ਕੇ ਮਿਲੇ ਹੈ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਇਹ ਤਾਂ ਪੂਰਬਲੇ ਜਨਮਾਂ ਦੇ ਸੰਜੋਗਾਂ ਕਰਕੇ ਮਿਲਾਪ ਬਣਿਆ ਹੈ। ਅੰਤ ਸਮੇਂ ਕੋਈ ਵੀ ਇਹਨਾਂ ਵਿੱਚੋਂ ਸਹਾਇਕ ਬਣਨ ਵਾਲਾ ਨਹੀਂ ਹੈ। ਇਹ ਜੀਵ ਜਿਨ੍ਹਾਂ ਬਦਲੇ ਪਾਪ ਕਰਮ ਕਰਦਾ, ਕਿਸੇ ਮਹਾਰਾਜ ਕਹਿੰਦੇ ਇਹਨੂੰ ਛਡਾਉਣਾ ਨਹੀਂ ਹੈ। ਜਿਨ੍ਹਾਂ ਬਦਲੇ ਕਿਸੇ ਨਾਲ ਕਦੇ ਧੋਖਾ ਕਰ ਲਿਆ, ਕਿਸੇ ਤੋਂ ਮਹਾਰਾਜ ਕਹਿੰਦੇ ਧਨ ਚੁਰਾ ਲਿਆ, ਕਿਸੇ ਨਾਲ ਠੱਗੀ ਮਾਰ ਲਈ, ਝੂਠ ਬੋਲ ਕਰਕੇ ਇਕੱਤਰਤਾ ਕਰ ਲਈ, ਪਰ ਜਿਨ੍ਹਾਂ ਬਦਲੇ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਬ ਚੇਕਾਰੇ ਬਿਦਾਏ। 10 ਕਾ ਜੀਵ ਭਾਵੇਂ ਜਿੰਨਾ ਮਰਜੀ ਬਿਦਾਏ ਬੁੜ ਬੜਾਉਣਾ ਕਰੀ, ਜਿਤਨਾ ਮਰਜੀ ਤੋਂ ਰੌਲਾ ਪਾ ਲੈਣਾ ਕਰੀ,
ਪਰ ਜਦੋਂ ਅਜ਼ਰਾਈਲ ਫਰਿਸ਼ਤੇ ਨੇ ਆ ਕਰਕੇ ਤੈਨੂੰ ਬੰਨ ਲਿਆ, ਫਿਰ ਮਹਾਰਾਜ ਕਹਿੰਦੇ ਕਿਸੇ ਵੀ ਤੈਨੂੰ ਛਡਾਉਣਾ ਨਹੀਂ ਹੈ। ਵਾਲ ਮਾਲੂਮ ਕਰਦੰ। ਫਿਰ ਸਿੱਖ ਬੇਨਤੀ ਕਰਦੇ ਨੇ, ਮਹਾਰਾਜ ਜੀਵ ਛੁਪ ਕੇ ਬੜੇ ਪਾਪ ਕਰਮ ਕਰਦਾ ਹੈ, ਇਹਨੂੰ ਕਿਵੇਂ ਸਜ਼ਾ ਮਿਲੇਗੀ ਪਰਮਾਤਮਾ ਦੇ ਘਰ ਦੇ ਵਿੱਚ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਵਾਲ ਮਾਲੂਮ ਕਰਦੰ। ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਨਹਾਰਾ ਹੈ ਨਾ ਪਰਮਾਤਮਾ, ਸਭ ਦਾ ਕਾਦਰ ਹੈ, ਉਹ ਮਾਲੂਮ, ਉਹਨੂੰ ਸਾਰਾ ਕੁਝ ਮਾਲੂਮ ਹੈ, ਪਤਾ ਹੈ, ਸਭ ਕੁਝ ਜਾਣਦਾ, ਉਹ ਅੰਤਰਜਾਮੀ ਹੈ। ਹੇ ਜੀਵ, ਤੇਰੇ ਹਵਾਲੇ ਨੂੰ, ਜ਼ਿੰਦਗੀ ਦੇ ਤੇਰੇ ਕਮਾਏ ਹੋਏ ਚੰਗੇ ਮੰਦੇ ਕਰਮਾਂ ਨੂੰ ਪ੍ਰਮਾਤਮਾ ਜਾਣਦਾ ਹੈ। ਤੇਰੇ ਹਰ ਇੱਕ ਕਰਮ ਕਰਤੂਤਾਂ ਨੂੰ ਪ੍ਰਮਾਤਮਾ ਦੇਖਦਾ ਪਿਆ। ਜੇ ਤੂੰ ਕਰਮ ਕਰਦਾ ਹੈ, ਉਹ ਪ੍ਰਮਾਤਮਾ ਹਰ ਸਮੇਂ ਮਹਾਰਾਜ ਕਹਿੰਦੇ ਤੈਨੂੰ ਦੇਖਦਾ ਹੈ, ਤੇਰੇ ਸਭ ਕਰਮਾਂ ਨੂੰ ਜਾਣਨ ਵਾਲਾ ਹੈ। ਪਾਕ ਅੱਲਾਹ। ਜਿਹੜਾ ਪਾਕ ਪਵਿੱਤਰ ਹੈ, ਅੱਲਾਹ ਸਭ ਦਾ ਮਾਲਕ ਹੈ, ਖੁਦਾ ਹੈ, ਪਰਮਾਤਮਾ ਹੈ। ਕੋਈ ਉਸ ਨੂੰ ਰੱਬ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਖੁਦਾ ਕਹਿੰਦਾ। ਮਹਾਰਾਜ ਕਹਿੰਦੇ ਉਹ ਪਾਕ ਪਵਿੱਤਰ ਹੈ, ਸਭ ਤੋਂ ਪਵਿੱਤਰ ਪਰਮਾਤਮਾ ਦਾ ਸਰੂਪ ਹੈ। ਐ ਜੀਵਾ, ਉਹ ਪਰਮਾਤਮਾ ਤੈਨੂੰ ਹਰ ਸਮੇਂ ਦੇਖਦਾ ਤੇ ਸੁਣਦਾ ਹੈ। ਕਿੱਥੇ ਜਾ ਕੇ ਤੂੰ ਮੁੱਕਰ ਜਾਵੇਂਗਾ? ਦੁਨੀਆ ਦੇ ਅੱਖੇ ਘਟਾ ਪਾ ਦੇਵੇਂਗਾ ਕਿ ਮੈਂ ਨਹੀਂ ਚੋਰੀ ਕੀਤੀ, ਮੈਂ ਨਹੀਂ ਏਦਾਂ ਪਾਪ ਕੀਤਾ। ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਵੇਂ ਬਚਨ ਆਉਂਦਾ ਨਾ, ਅਨਕ ਪੜਦੀ ਮਹਿ ਕਮਾਵੇ ਬੇਕਾਰ, ਖਿਨ ਮਹਿ ਪ੍ਰਗਟ ਹੋਏ ਸੰਸਾਰ। ਕਿ ਜੇ ਅਨੇਕਾਂ ਪੜਦਿਆਂ ਉਹਲੇ ਹੋ ਕੇ ਵੀ ਕੋਈ ਕਰਮ ਕਰਦਾ, ਪਾਪ ਕਰਦਾ, ਕਿ ਮੈਨੂੰ ਕਿਹੜਾ ਕੋਈ ਦੇਖਦਾ ਹੈ, ਮੈਂ ਪਾਪ ਕਰ ਲਵਾਂ। ਪਰ ਜੇ ਪ੍ਰਮਾਤਮਾ ਪ੍ਰਗਟ ਕਰਨਾ ਚਾਹੇ ਤੇ ਖਿਨ ਮਾਤਰ ਸਮੇਂ ਵਿੱਚ ਹੀ ਮਹਾਰਾਜ ਕਹਿੰਦੇ ਜ਼ਾਹਰ ਹੋ ਜਾਂਦਾ ਕਿ ਬੰਦੇ ਨੇ ਪਾਪ ਕਰਮ ਕੀਤਾ ਹੈ। ਜੇ ਇੱਥੇ ਨਹੀਂ ਤੇ ਪ੍ਰਮਾਤਮਾ ਦੇ ਘਰ ਦੇ ਵਿੱਚ ਤਾਂ ਫਿਰ ਦਰਗਾਹ ਦੇ ਵਿੱਚ ਤਾਂ ਜੀਵ ਤੇਰਾ ਪਤਾ ਚੱਲ ਹੀ ਜਾਵੇਗਾ ਨਾ ਤੂੰ ਪਾਪ ਕਰਮ ਕੀਤਾ ਹੈ। ਸੱਚੇ ਪਾਤਸ਼ਾਹ ਕਹਿੰਦੇ ਪਾਕ ਅੱਲਾਹ, ਪਵਿੱਤਰ ਜੋ ਅਕਾਲ ਪੁਰਖ ਪਰਮਾਤਮਾ ਹੈ। ਹੇ ਜੀਵ, ਹਰ ਸਮੇਂ ਤੇਰੇ ਕੀਤੇ ਹੋਏ ਕਰਮਾਂ ਨੂੰ ਦੇਖਦਾ ਸੁਣਦਾ ਹੈ। ਇਸ ਕਰਕੇ ਇਹ ਨਾ ਤੇਰੇ ਮਨ ਵਿੱਚ ਹੋਵੇ ਕਿ ਮੈਨੂੰ ਕੋਈ ਜਾਣਦਾ ਹੀ ਨਹੀਂ ਹੈ, ਮੈਨੂੰ ਕੋਈ ਦੇਖਦਾ ਹੀ ਨਹੀਂ ਹੈ। ਪਰਮਾਤਮਾ ਸਭ ਤੇਰੇ ਕਰਮਾਂ ਨੂੰ ਦੇਖ ਰਿਹਾ ਹੈ। ਗੋ ਨਾਨਕ ਅਰਦਾਸ। ਜਦੋਂ ਇਥੋਂ ਤੱਕ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਤੇ ਜਿਹੜਾ ਆਲਮ ਮਲਾਹ ਸੀ ਨਾ, ਸੰਗਤ ਦੇ ਨਾਲ ਭੁੱਲ ਬਖਸ਼ਾਉਣ ਵਾਸਤੇ ਮਹਾਰਾਜ ਜੀ ਦੇ ਦਰਬਾਰ ਵਿੱਚ ਆਇਆ ਸੀਗਾ। ਉਹ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਸੱਚੇ ਪਾਤਸ਼ਾਹ ਜੀ, ਮੇਰਾ ਫਿਰ ਕਿਵੇਂ ਭਲਾ ਹੋਵੇਗਾ? ਮਹਾਰਾਜ, ਮੈਂ ਤਾਂ ਬਹੁਤ ਪਾਪ ਕੀਤੇ ਨੇ, ਜ਼ਿੰਦਗੀ ਵਿੱਚ ਬੜੇ ਪਾਪ ਕਰਮ ਕੀਤੇ ਐ, ਪਰ ਉਦੋਂ ਮੈਨੂੰ ਸਮਝ ਨਹੀਂ ਸੀ। ਕਿਰਪਾ ਕਰੋ ਸੱਚੇ ਪਾਤਸ਼ਾਹ, ਕੋਈ ਢੰਗ ਦੱਸੋ, ਕੋਈ ਤਰੀਕਾ ਦੱਸੋ ਜਿਸ ਕਰਕੇ ਮੇਰਾ ਭਲਾ ਹੋ ਜਾਵੇ। ਹੇ ਗਰੀਬ ਨਵਾਜ, ਮੇਰਾ ਭਲਾ ਹੋ ਜਾਵੇਗਾ? ਮਹਾਰਾਜ ਕਹਿੰਦੇ ਹਾਂ। ਹੇ ਆਲਮ, ਤੇਰਾ ਵੀ ਭਲਾ ਹੋ ਸਕਦਾ। ਸੱਚੇ ਪਾਤਸ਼ਾਹ ਕਿਵੇਂ? ਆਪ ਕਿਰਪਾ ਕਰਕੇ ਦੱਸੋ। ਹਜੂਰ ਕਹਿੰਦੇ ਅਰਦਾਸ ਕਰਿਆ ਕਰ ਪਰਮਾਤਮਾ ਦੇ ਚਰਨਾਂ ਵਿੱਚ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਆ, ਭੋਗੋ ਨਾਨਕ ਅਰਦਾਸ। ਭੋਗੋ ਨਾਨਕ ਅਰਦਾਸ ਪੇਸ਼। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਆ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਚਰਨਾਂ ਵਿੱਚ ਅਰਦਾਸ ਕਰਿਆ ਕਰ। ਦਰਵੇਸ਼ ਬੰਦਾਹ ਪੇਸ਼। ਦਰਵੇਸ਼ ਬੰਦਾਹ, ਪੇਸ਼ ਤੋਂ ਭਾਵ ਪੇਸ਼ ਕਰਨੇ। ਦਰਵੇਸ਼ ਜਿਹੜੇ ਰੱਬ ਦੇ ਪਿਆਰੇ ਫਕੀਰ ਹੈ, ਸੱਚੇ ਦਰਵੇਸ਼ ਹਨ। ਅਕਾਲ ਪੁਰਖ ਪ੍ਰਮਾਤਮਾ ਦੇ ਭਾਣੇ ਵਿੱਚ ਚੱਲਣ ਵਾਲੇ, ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਵਾਲੇ ਜੋ ਰੱਬ ਦੇ ਪਿਆਰੇ ਹਨ, ਉਹਨਾਂ ਨੂੰ ਮਿਲ ਕਰਕੇ ਉਹਨਾਂ ਦੇ ਚਰਨਾਂ ਵਿੱਚ ਵੀ ਅਰਦਾਸ ਕਰਿਆ ਕਰ। ਉਹਨਾਂ ਦੀ ਸੰਗਤ ਵਿੱਚ ਮਿਲ ਕੇ ਰੱਬ ਨੂੰ ਚੇਤੇ ਕਰਿਆ ਕਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਰਵੇਸ਼ ਬੰਦਾਹ। ਬੰਦਾਹ ਨਾਮ ਬੰਦੇ ਦਾ, ਬੰਦਗੀ ਕਰਨ ਵਾਲਾ। ਰੱਬ ਦੀਆਂ ਨਜ਼ਰਾਂ ਵਿੱਚ ਉਹ ਬੰਦਾ ਜਿਹੜਾ ਬੰਦਗੀ ਕਰਦਾ ਹੈ। ਜ਼ਿੰਦਗੀ ਵਿੱਚ ਜਿਹੜਾ ਮਨੁੱਖ ਬੰਦਗੀ ਨਹੀਂ ਕਰਦਾ, ਉਹ ਸਾਧ ਸੰਗਤ ਜੀ ਉਸ ਨੂੰ ਫਿਰ ਬੰਦਾ ਨਹੀਂ, ਉਸ ਨੂੰ ਗੰਦਾ ਕਿਹਾ ਜਾਂਦਾ। ਉਹ ਜ਼ਿੰਦਗੀ ਵਿੱਚ ਗੰਦਗੀ ਹੈ, ਭਾਵ ਵਿਸ਼ੇ ਸੁੱਖਾਂ ਦੇ ਵਿੱਚ ਹਰ ਸਮੇਂ ਵਿਕਾਰਾਂ ਵਿੱਚ ਗਲਤਾਨ ਹੋ ਕਰਕੇ ਰਹਿੰਦਾ। ਕਦੇ ਵੀ ਉਹ ਮਨੁੱਖ ਬੰਦਿਆਂ ਵਾਲੇ ਕਰਮ ਨਹੀਂ ਕਰਦਾ, ਚੰਗੇ ਸੰਸਾਰ ਦੇ ਵਿੱਚ ਕਰਮ ਨਹੀਂ ਕਰਦਾ, ਹਰ ਸਮੇਂ ਪਾਪ ਕਰਮ ਹੀ ਕਰਦਾ ਰਹਿੰਦਾ।
ਵਿਸ਼ਿਆਂ ਵਿਕਾਰਾਂ ਵਿੱਚ ਹੀ ਗਲਤਾਨ ਹੋ ਕਰਕੇ ਰਹਿੰਦਾ, ਅਵਗੁਣਾਂ ਦੇ ਵਿੱਚ ਹੀ ਹਰ ਸਮੇਂ ਜ਼ਿੰਦਗੀ ਆਪਣੀ ਬਰਬਾਦ ਕਰ ਦਿੰਦਾ ਹੈ। ਇਸ ਕਰਕੇ ਉਹਨੂੰ ਬੰਦਾ ਨਹੀਂ ਕਿਹਾ ਜਾਂਦਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਭੋਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾਹ। ਰੱਬ ਦੇ ਪਿਆਰਿਆਂ ਅੱਗੇ ਵੀ ਮਿਲ ਕੇ ਅਰਦਾਸ ਕਰਿਆ ਕਰ, ਬੇਨਤੀ ਕਰਿਆ ਕਰ। ਜੇ ਕਿਤੇ ਮੌਜ ਦੇ ਵਿੱਚ ਆ ਜਾਣ ਉਹ ਵੀ ਤੇਰਾ ਭਲਾ ਕਰ ਦੇਣਗੇ। ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਹੋ ਜਾਂਦਾ ਹੈ। ਜਿਵੇਂ ਸੰਗਤ ਜੀ, ਲੋਹੇ ਦਾ ਜਿੰਨਾ ਮਰਜ਼ੀ ਭਾਰ ਹੋਵੇ ਨਾ, ਲੱਕੜ ਦੀ ਸੰਗਤ ਕਰੇ ਲੋਹਾ ਵੀ ਤਰ ਜਾਂਦਾ ਹੈ, ਜੇ ਲੱਕੜ ਦੀ ਸੰਗਤ ਕਰੇ ਤਾਂ। ਪਰ ਇੱਕ ਬਰੀਕ ਜੀ ਸੂਈ ਛੋਟੇ ਜਿਹੇ ਹੱਥ ਵਿੱਚ ਲੈ ਲਓ, ਜੇ ਉਵੇਂ ਪਾਣੀ ਵੀ ਸੁੱਟੀਏ ਨਾ ਉਹ ਤਰਦੀ ਨਹੀਂ, ਡੁੱਬ ਜਾਂਦੀ ਹੈ। ਪਰ ਕਿੰਨਾ ਕਿੰਨਾ ਭਾਰ ਇਹ ਜਿਹੜੇ ਬੇੜੇ ਸਾਧ ਸੰਗਤ ਜੀ ਲੱਕੜ ਦੇ ਬਣਾ ਕਰਕੇ ਜੋ ਸਮੁੰਦਰਾਂ ਵਿੱਚ ਦਰਿਆਵਾਂ ਦੇ ਵਿੱਚ ਠੇਲੇ ਜਾਂਦੇ ਹੈ, ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਸਮਾਨ ਪਹੁੰਚਾਉਣ ਵਾਸਤੇ ਸਾਧ ਸੰਗਤ ਜੀ ਕਿੰਨੇ ਕਿੰਨੇ ਪੂਰਾਂ ਦੇ ਪੂਰ ਲੈ ਕਰਕੇ ਜਾਂਦੇ ਹੈ। ਉਹ ਲੋਹਾ ਜਿਹੜਾ ਹੈ ਨਾ, ਉਹਨੇ ਲੱਕੜ ਦੀ ਸੰਗਤ ਕੀਤੀ ਤਾਂ ਉਹ ਤਰਦਾ ਹੈ ਪਾਣੀ ਦੇ ਵਿੱਚ। ਸੰਸਾਰ ਸਮੁੰਦਰ ਦੇ ਵਿੱਚ ਵੀ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੈ। ਬੰਦਗੀ ਕਰਨ ਵਾਲੇ ਗੁਰਮੁਖ ਪਿਆਰਿਆਂ ਦਾ ਜੀਵਨ ਲੱਕੜ ਦੀ ਤਰ੍ਹਾਂ ਹੈ। ਕਿਤੇ ਮਹਾਰਾਜ ਜੀ ਨੇ ਚੰਦਨ ਦੀ ਤਰ੍ਹਾਂ ਕਿਹਾ, ਕਿਤੇ ਲੱਕੜ ਦੀ ਤਰ੍ਹਾਂ ਕਿਹਾ ਕਿ ਲੋਹੇ ਦੀ ਤਰ੍ਹਾਂ ਜਿਹੜੇ ਪਾਪੀ ਬਹੁਤੇ ਪਾਪ ਕਰਮ ਕਰ ਕਰਕੇ ਜਿਨ੍ਹਾਂ ਨੇ ਬਹੁਤੇ ਭਾਰ ਆਪਣੇ ਸਿਰ ਪਾਪ ਕਰਮਾਂ ਦੀਆਂ ਪੰਡਾਂ ਦਾ ਚੁੱਕਿਆ ਹੋਇਆ, ਜੇ ਕਿਤੇ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰ ਲੈਣ ਉਹ ਵੀ ਮਹਾਰਾਜ ਕਹਿੰਦੇ ਭਵ ਸਾਗਰ ਤੋਂ ਪਾਰ ਹੋ ਜਾਣਗੇ। ਇਸ ਕਰਕੇ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਕੋਲ ਜਾ ਕੇ ਵੀ ਫਰਿਆਦ ਕਰਿਆ ਕਰ ਕਿ ਮੇਰੇ ਤੇ ਵੀ ਅੰਮ੍ਰਿਤਮਈ ਦ੍ਰਿਸ਼ਟੀ ਪਾ ਦੇਵੋ, ਮੈਨੂੰ ਵੀ ਚੰਗੀ ਸਿੱਖਿਆ ਦੇਵੋ, ਜਿਸ ਕਰਕੇ ਮੈਂ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਜਨ ਬੰਦਗੀ ਕਰਕੇ ਜੀਵਨ ਦੀ ਸਫਲਤਾ ਬਣਾ ਸਕਾਂ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਹਜੂਰ ਦਾ ਬਚਨ ਆਉਂਦਾ ਨਾ, ਸਾਧ ਕੈ ਸੰਗ ਨਹੀਂ ਕਛ ਘਾਲ। ਸਾਧੂ ਦੀ ਸੰਗਤ ਮਿਲ ਜਾਵੇ, ਪਰ ਸ਼ਰਤ ਹੈ ਵੇ ਕਿ ਹੋਵੇ ਪੂਰਨ ਸਾਧੂ। ਸਾਧੂਆਂ ਵਾਲਾ ਲਿਬਾਸ ਤੇ ਬਹੁਤ ਅੱਜ ਸੰਸਾਰ ਦੇ ਵਿੱਚ ਮਿਲ ਜਾਂਦਾ ਹੈ। ਥਾਵਾਂ ਥਾਵਾਂ ਤੇ ਦੁਕਾਨਾਂ ਖੋਲ ਕੇ ਬੈਠੇ ਹੋਏ ਹੈ। ਆਪਣੇ ਆਪ ਹੀ 108 111 ਦਾ ਲੇਬਲ ਆਪਣੇ ਆਪ ਹੀ ਉਹਨਾਂ ਨੇ ਨਾਮ ਦੇ ਨਾਲ ਲਗਾ ਲਿਆ। ਪਰ ਸੰਗਤ ਜੀ ਪੂਰਨ ਸਾਧੂ ਕੋਈ ਟਾਵੀਂ ਟਾਵੀਂ ਥਾਂ ਤੇ ਮਿਲਦਾ, ਸਭ ਥਾਵਾਂ ਤੇ ਨਹੀਂ ਮਿਲਣ ਵਾਲਾ। ਬਹੁਤੇ ਪਖੰਡ ਪਾਦ ਕਰਨ ਵਾਲੇ ਪਖੰਡੀ ਲੋਕ ਇਸ ਸੰਸਾਰ ਦੇ ਵਿੱਚ ਤੁਰੇ ਫਿਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦਾ ਵਚਨ ਆਉਂਦਾ ਨਾ, ਕੋਟਨ ਮਹਿ ਨਾਨਕ ਕੋ ਨਾਰਾਇਣ ਜਿਹ ਜੀਤ। ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੁੰਦਾ ਜਿਹਦਾ ਹਰ ਸਮੇਂ ਚਿੱਤ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ। ਤੇ ਐਸੇ ਰੱਬ ਦੇ ਪਿਆਰੇ ਦੀ ਜੇ ਕਿਤੇ ਸੰਗਤ ਮਿਲ ਜਾਵੇ, ਬਹੁਤੀ ਘਾਲਣਾ ਵੀ ਮਹਾਰਾਜ ਕਹਿੰਦੇ ਨਹੀਂ ਘਾਲਣੀ ਪੈਂਦੀ, ਜੀਵਨ ਦੀ ਸਫਲਤਾ ਹੋ ਜਾਂਦੀ ਹੈ। ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਪੱਛਮੀ ਇਲਾਕੇ ਤੋਂ ਆਈ ਹੋ ਕਾਬਲ ਦੇ ਵੱਲੋਂ ਜੋ ਸੰਗਤ ਸੀ, ਸਾਧ ਸੰਗਤ ਜੀ ਉਹਨਾਂ ਦੇ ਨਾਲ ਜਿਹੜਾ ਆਲਮ ਮਲਾ ਚੱਲ ਕੇ ਆਇਆ, ਉਹਦੇ ਬੇਨਤੀ ਕਰਨ ਦੇ ਸਤਿਗੁਰੂ ਜੀ ਨੇ ਫਾਰਸੀ ਭਾਸ਼ਾ ਵਿੱਚ ਸ਼ਬਦ ਉਚਾਰਨ ਕਰਕੇ ਉਪਦੇਸ਼ ਦੇ ਕਰਕੇ ਨਿਹਾਲ ਕੀਤਾ। ਮਹਾਰਾਜ ਸਾਹਿਬ ਜੀ ਨੇ ਸ਼ਰਨ ਆਏ ਹੋਏ ਦੀ ਲੱਜਿਆ ਰੱਖਣ ਲਈ ਸਿੱਖੀ ਦੀ ਦਾਤ ਬਖਸ਼ੀ। ਚਰਨ ਅੰਮ੍ਰਿਤ ਚਰਨ ਪਾਹਲ ਦੇ ਕਰਕੇ ਆਪਣਾ ਸਿੱਖ ਬਣਾਇਆ। ਫਿਰ ਅੱਗੇ ਤੋਂ ਉਸਨੇ ਕਦੇ ਵੀ ਜ਼ਿੰਦਗੀ ਵਿੱਚ ਕੋਈ ਪਾਪ ਕਰਮ ਨਹੀਂ ਸੀ ਕੀਤਾ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਸਤ ਕਰਕੇ ਕਮਾਇਆ। ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕਰਕੇ ਲੋਕ ਪਰਲੋਕ ਆਪਣਾ ਸੁਹੇਲਾ ਬਣਾਇਆ ਸੀ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜੇ ਹੋਵੇ ਸਾਹਿਬ ਸਿਓ ਮੇਲਾ। ਅਵਾਲ ਮਾਲੂਮ ਕਰਦੰ ਪਾਕ ਅੱਲਾਹ, ਭੁਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।